ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਕਬੀਰ ਮਾਨੁਖ ਜਨਮ ਦੁਲੰਭ ਹੈ ਹੋਏ ਨ ਬਾਰੇ ਬਾਰ ਜਿਉ ਬਨ ਫਲ ਪਾਕੇ ਭੂਐ ਗਿਰੈ ਬਹੁਰ ਨ ਲਾਗੈ ਡਾਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਗੁਰਤਾ ਗੱਦੀ ਤੇ ਸੁਭਾਏਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਮਾਤਾ ਸਤਵੰਤ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਪਰਮ ਸਨਮਾਨਯੋਗ ਸਤ ਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਅਪਾਰ ਮਹਿਰਾਮਤ ਦੇ ਸਦਕਾ ਦਾਸਰੇ ਤੋਂ ਪਹਿਲਾਂ ਬੱਚੇ ਮਨ ਸਿਮਰਨ ਸਿੰਘ ਜੀ ਪਾਸੋਂ ਆਪ ਜੀ ਨੇ ਬੜੇ ਪਿਆਰ ਦੇ ਨਾਲ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਸਮੇਂ ਦੇ ਲਈ ਗੁਰੂ ਗੋਦ ਵਿੱਚ ਬੈਠ ਕਰ ਇਲਾਹੀ ਗੁਰਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਈਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਸਰਵੰਸਦਾਨੀ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੁਆਰਾ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਗੁਰਦੇਵ ਜੀ ਨੇ ਇੱਕ ਅੰਗ ਤੋਂ ਲੈ ਕਰਕੇ 1430 ਅੰਗ ਤੱਕ ਜੇਕਰ ਕਿਸੇ ਨੂੰ ਸਮਝਾਇਆ ਤੇ ਉਹ ਮਨੁੱਖ ਹੈ, ਕਿਉਂਕਿ ਜੂਨਾਂ ਤਾਂ ਹੋਰ ਵੀ ਸੰਸਾਰ ਵਿੱਚ ਬੜੀਆਂ ਨੇ,
ਪਰ ਸਤਿਗੁਰੂ ਨੇ ਜਿਹੜੀ ਕਰਤੇ ਪੁਰਖ ਪਰਮਾਤਮਾ ਦੇ ਵੱਲੋਂ ਇਹ ਅਮੋਲਕ ਦੇਹੀ ਮਨੁੱਖਾ ਰੂਪ ਦੇ ਵਿੱਚ ਪ੍ਰਾਪਤ ਹੋਈ ਹੈ, ਇਸ ਨੂੰ ਸਫਲ ਕਰਨ ਦੇ ਲਈ ਸੰਸਾਰ ਦੀ ਯਾਤਰਾ ਨੂੰ ਜੀਵਨ ਦੇ ਅੰਦਰ ਮੰਜ਼ਿਲ ਤੱਕ ਪਹੁੰਚਣ ਦੇ ਲਈ ਪੂਰੀ ਬਾਣੀ ਵਿੱਚ ਹਵਾਲੇ ਦੇ ਦੇ ਕਰਕੇ ਸਮਝਾਉਣਾ ਕੀਤਾ। ਜਿੱਥੋਂ ਤੱਕ ਜਨਮ ਅਤੇ ਮੌਤ ਦੀ ਗੱਲ ਹੈ, ਦੇਖੋ ਜਦੋਂ ਬਾਣੀ ਨੂੰ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਨੇ ਪੁੱਤਰ ਤੇਰਾ ਜਨਮ ਵੀ ਪਰਮਾਤਮਾ ਦੇ ਹੁਕਮ ਵਿੱਚ ਹੈ, ਜਾ ਤਿਸ ਭਾਣਾ ਤਾਂ ਜੰਮਿਆ। ਆਨੰਦ ਸਾਹਿਬ ਦੀ ਬਾਣੀ ਵਿੱਚ ਗੁਰੂ ਅਮਰਦਾਸ ਜੀ ਦੇ ਬਚਨ ਹਨ, ਰੱਬ ਦਾ ਹੁਕਮ ਹੋਇਆ ਤੇ ਤੂੰ ਸੰਸਾਰ ਵਿੱਚ ਜਨਮ ਲੈਂਦਾ, ਤੇ ਜੇ ਜਨਮ ਉਸ ਦੇ ਹੁਕਮ ਵਿੱਚ ਹੈ ਤੇ ਫਿਰ ਸਤਿਗੁਰੂ ਕਹਿੰਦੇ ਨੇ ਭਾਈ ਇਹ ਜੀਵਨ ਦੀ ਸਮਾਪਤੀ, ਇਸ ਮੌਤ ਦਾ ਆਉਣਾ ਵੀ ਉਸ ਵਾਹਿਗੁਰੂ ਦੇ ਹੁਕਮ ਵਿੱਚ ਹੈ। ਤੇ ਉਸ ਦਾ ਹੁਕਮ ਕਿੱਥੋਂ ਤੱਕ ਵਰਤਦਾ ਹੈ, ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਨੇ ਜਪਜੀ ਸਾਹਿਬ ਦੀ ਪਾਵਨ ਬਾਣੀ ਨੂੰ ਉਚਾਰਿਆ, ਸਤਿਗੁਰੂ ਨੇ ਦੂਸਰੀ ਹੀ ਪੌੜੀ ਵਿੱਚ ਉਸ ਪਰਿਪੂਰਨ ਪਰਮਾਤਮਾ ਦੇ ਹੁਕਮ ਦੀ ਬਾਤ ਕੀਤੀ। ਜਦੋਂ ਅਸੀਂ ਪੜ੍ਹਦੇ ਹਾਂ ਹੁਕਮੀ ਹੋਵਣ ਆਕਾਰ, ਇੱਥੇ ਹੁਕਮੀ ਦਾ ਅਰਥ ਹੈ ਉਹ ਹੁਕਮ ਕਰਨ ਵਾਲਾ ਪਰਮਾਤਮਾ। ਉਹਦੇ ਹੁਕਮੀ ਦੇ ਹੁਕਮ ਵਿੱਚ ਇਹ ਜਿੰਨੇ ਵੀ ਆਕਾਰ ਬਣੇ, ਭਾਵੇਂ ਉਹ ਛੋਟੀ ਜੀ ਕੀੜੀ ਕਿਉਂ ਨਾ ਹੋਵੇ ਤੇ ਭਾਵੇਂ ਵੱਡੇ ਤੋਂ ਵੱਡਾ ਹਾਥੀ ਸਮਾਨ ਜਾਨਵਰ ਕਿਉਂ ਨਾ ਹੋਵੇ, ਇਹ ਸਾਰੇ ਆਕਾਰ ਉਸ ਪਰਮਾਤਮਾ ਹੁਕਮੀ ਦੇ ਹੁਕਮ ਵਿੱਚ ਬਣੇ। ਪਰ ਉਹਦਾ ਹੁਕਮ ਕਿੱਥੋਂ ਤੱਕ ਚੱਲਦਾ ਹੈ, ਹੁਕਮ ਨਾ ਕਹਿਆ ਜਾਈ। ਹੁਕਮ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਹੁਕਮ ਦਾ ਅਸੀਂ ਅੰਤ ਨਹੀਂ ਪਾ ਸਕਦੇ, ਹੁਕਮ ਦਾ ਕੋਈ ਵੀ ਅਖੀਰਲਾ ਕਿਨਾਰਾ ਨਹੀਂ ਅਸੀਂ ਲੱਭ ਸਕਦੇ। ਫਿਰ ਸਤਿਗੁਰੂ ਕਹਿੰਦੇ ਨੇ ਹੁਕਮੀ ਹੋਵਣ ਜੀ। ਜੇ ਮਾਲਕ ਨੇ ਇਹ ਸਰੀਰ ਬਣਾਇਆ ਤੇ ਇਸ ਸਰੀਰ ਦੇ ਅੰਦਰ ਘੜ ਕੇ ਪਰਮਾਤਮਾ ਨੇ ਜਿੰਦ ਵੀ ਪਾਈ, ਤੇ ਜਿੰਦ ਪਈ ਵੀ ਉਸ ਵਾਹਿਗੁਰੂ ਦੇ ਹੁਕਮ ਵਿੱਚ ਹੈ। ਤੇ ਇਹਦਾ ਦੂਜਾ ਪੱਖ ਵੀ ਚੇਤੇ ਰੱਖਿਓ, ਜੇ ਜਿੰਦ ਵੀ ਉਹਦੇ ਹੁਕਮ ਵਿੱਚ ਹੈ ਤੇ ਜਿੰਦ ਨੂੰ ਕੱਢਣ ਵਾਲਾ ਵੀ ਉਹ ਪਰਮਾਤਮਾ ਹੈ। ਸਤਿਗੁਰੂ ਕਹਿੰਦੇ ਹੁਕਮੀ ਹੋਵਣ ਜੀ। ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ। ਸੰਸਾਰ ਦੇ ਵਿੱਚ ਵਿਚਰਦੇ ਆ, ਜਿਹੜੇ ਜ਼ਿੰਦਗੀ ਵਿੱਚ ਸੁੱਖ ਤੇ ਦੁੱਖ ਆਉਂਦੇ ਨੇ, ਇਹ ਵੀ ਉਸ ਵਾਹਿਗੁਰੂ ਦੇ ਹੁਕਮ ਦੇ ਅੰਦਰ। ਤੇ ਜਿਹਨੇ ਇਸ ਗੱਲ ਨੂੰ ਸਮਝ ਲਿਆ, ਉਹ ਫਿਰ ਕਦੇ ਵੀ ਜਦੋਂ ਵੀ ਸੁੱਖ ਆਵੇ ਦੁੱਖ ਆਵੇ, ਕਦੇ ਆਪਣੇ ਜੀਵਨ ਨੂੰ ਪਰਮਾਤਮਾ ਤੋਂ ਨਹੀਂ ਤੋੜਦਾ, ਕਦੇ ਉਸ ਹੁਕਮੀ ਨਾਲੋਂ ਨਹੀਂ ਟੁੱਟਦਾ। ਗੁਰੂ ਰਾਮਦਾਸ ਪਾਤਸ਼ਾਹ ਦੇ ਮੁਬਾਰਕ ਬਚਨ ਨੇ ਸੂਹੀ ਰਾਗ ਦੇ, ਜਦੋਂ ਸਤਿਗੁਰੂ ਕਹਿੰਦੇ ਵਾਹਿਗੁਰੂ ਤੇਰੇ ਭਾਣੇ ਵਿੱਚ ਜੋ ਮਰਜ਼ੀ ਮਿਲ ਜਾਏ, ਪਰ ਇੱਕ ਰਹਿਮਤ ਇੱਕ ਕਿਰਪਾ ਰੱਖੀ, ਮੈਂ ਕਦੇ ਵੀ ਤੇਰੇ ਨਾਲੋਂ ਨਾ ਟੁੱਟ। ਬਚਨ ਸੀ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਵਾਹਿਗੁਰੂ ਕੁਝ ਮਰਜ਼ੀ ਦੇ, ਪਰ ਮੈਂ ਤੇਰੇ ਨਾਮ ਤੋਂ ਨਾ ਟੁੱਟਾਂ। ਜਿਹਨੇ ਹੁਕਮੀ ਦੇ ਹੁਕਮ ਨੂੰ ਸਮਝਿਆ, ਜਾਣ ਲਿਆ, ਉਹ ਫਿਰ ਕਦੇ ਟੁੱਟਦਾ ਨਹੀਂ ਉਸ ਹੁਕਮ ਤੋਂ। ਮੇਰੇ ਸਤਿਗੁਰੂ ਕਹਿੰਦੇ ਜੋ ਮਿਲਿਆ ਉਹ ਉਸ ਨੂੰ ਪ੍ਰਵਾਨ ਕਰ ਲੈਂਦਾ। ਫਿਰ ਇਸ ਪੌੜੀ ਦੇ ਅਖੀਰ ਅੰਦਰ ਜਿਹੜੀ ਗੁਰਦੇਵ ਜੀ ਨੇ ਤੱਤ ਦੀ ਗੱਲ ਦੱਸੀ ਹੈ, ਉਹ ਅਖੀਰਲੀਆਂ ਚਾਰ ਪੰਕਤੀਆਂ ਵਿੱਚ ਗੁਰੂ ਨੇ ਗੱਲ ਸਮਝਾ ਕੇ ਰੱਖ ਦਿੱਤੀ। ਕਿਹਾ ਪੁੱਤਰ ਗੱਲ ਕੀ ਹੈ, ਦੁਨੀਆ ਦੀ ਕੋਈ ਐਸੀ ਸ਼ੈ ਨਹੀਂ ਜਿਹੜੀ ਰੱਬ ਦੇ ਹੁਕਮ ਤੋਂ ਬਾਹਰ ਹੋਵੇ। ਹੁਕਮ ਹੈ ਅੰਦਰ ਸਭ ਕੋ, ਜਦੋਂ ਸਭ ਕੋ ਆਏਗਾ ਉਹ ਸਾਰਿਆਂ ਲਈ ਹੈ। ਭਾਵੇਂ ਉਹ ਜੀਵ ਨੇ, ਭਾਵੇਂ ਉਹ ਪਸ਼ੂ ਪੰਛੀ ਨੇ, ਭਾਵੇਂ ਉਹ ਬਨਸਪਤੀ ਹੈ, ਤੇ ਭਾਵੇਂ ਆ ਪੰਜ ਤੱਤਾਂ ਦਾ ਸਰੀਰ ਲੈ ਕੇ ਮਨੁੱਖੀ ਕਿਉਂ ਨਾ ਹੋਵੇ। ਸਤਿਗੁਰੂ ਕਹਿੰਦੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਉਸ ਹੁਕਮੀ ਦੇ ਹੁਕਮ ਤੋਂ ਬਾਹਰਾ ਕੋਈ। ਤੇ ਜਿਹਨੇ ਉਸ ਹੁਕਮੀ ਦੇ ਹੁਕਮ ਨੂੰ ਬੁੱਝ ਲਿਆ, ਸਮਝ ਲਿਆ,
ਪਤਾ ਕਰ ਲਿਆ ਗੁਰੂ ਦੀ ਕਿਰਪਾ ਨਾਲ ਵੀ ਸਭ ਪਾਸੇ ਉਹਦਾ ਹੁਕਮ ਵਰਤਦਾ। ਤੇ ਗੁਰੂ ਨਾਨਕ ਜੀ ਕਹਿੰਦੇ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਉਹ ਫਿਰ ਮਨੁੱਖ, ਹਉਮੈ ਦਾ ਅਰਥ ਹੁੰਦਾ ਮੈਂ ਮੇਰੀ, ਉਹ ਮਨੁੱਖ ਫਿਰ ਮੈਂ ਮੇਰੀ ਵਿੱਚ ਨਹੀਂ ਪੈਂਦਾ। ਜਿਹੜਾ ਮਨੁੱਖ ਹੁਕਮੀ ਦੇ ਹੁਕਮ ਨੂੰ ਭੁਲਾ ਕੇ ਜੀਂਦਾ ਉਹ ਤਾਂ ਆਖੇਗਾ ਮਕਾਨ ਮੇਰਾ, ਪਰਿਵਾਰ ਮੇਰਾ, ਘਰ-ਬਾਰ ਮੇਰਾ, ਜਾਇਦਾਦ ਮੇਰੀ, ਧਨ ਮੇਰਾ। ਪਰ ਜਿਹੜਾ ਪ੍ਰਮਾਤਮਾ ਦੇ ਹੁਕਮੀ ਦੇ ਹੁਕਮ ਵਿੱਚ ਜੀਣ ਵਾਲਾ ਉਹ ਕਦੇ ਵੀ ਮੈਂ ਮੇਰੀ ਚ ਨਹੀਂ ਪੈਂਦਾ। ਉਹ ਤਾਂ ਇੱਕ ਗੱਲ ਇਸ ਅੰਦਰ ਨੂੰ ਸਮਝਾ ਦਿੰਦਾ ਵੀ ਸੱਜਣਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਜਦੋਂ ਬਾਣੀ ਵਿੱਚ ਪੜ੍ਹੀਏ ਨਾ ਭਗਤ ਰਵਿਦਾਸ ਜੀ ਦੇ ਬਚਨ, ਉਹ ਕਹਿੰਦੇ ਪ੍ਰਮਾਤਮਾ ਜਦੋਂ ਅੰਦਰ ਹਉਮੈ ਸੀ ਉਦੋਂ ਤੂੰ ਨੇੜੇ ਹੈ ਹੀ ਨਹੀਂ ਸੀ, ਉਦੋਂ ਤੇਰੀ ਯਾਦ ਨਹੀਂ ਸੀ ਅੰਦਰ ਆਉਂਦੀ। ਜਬ ਹਮ ਹੋਤੇ ਤਬ ਤੂੰ ਨਹੀਂ। ਜਦੋਂ ਮੇਰੇ ਵਿੱਚ ਹਮ ਸੀ ਨਾ, ਹਮ ਦਾ ਅਰਥ ਹੁੰਦਾ ਮੈਂ ਕੀਤਾ, ਮੇਰੇ ਦੁਆਰਾ ਹੋਇਆ ਜਾਂ ਮੈਂ ਕਰਨ ਜੋਗਾ। ਜਦੋਂ ਤੱਕ ਅੰਦਰ ਹਉਮੈ ਸੀ ਉਦੋਂ ਤੱਕ ਤੂੰ ਅੰਦਰ ਹੈ ਹੀ ਨਹੀਂ ਸੀ, ਤੇਰੀ ਯਾਦ ਨਹੀਂ ਸੀ ਆਉਂਦੀ। ਪਰ ਅਬ ਤੂੰ ਹੀ ਮੈਂ ਨਹੀਂ, ਹੁਣ ਤੂੰ ਹੀ ਤੂੰ ਹੈ। ਹੁਣ ਮੈਂ ਆਪਣਾ ਵਜੂਦ, ਆਪਣਾ ਆਪਾ ਗਵਾ ਬੈਠਾ, ਮੇਰੇ ਅੰਦਰ ਹੁਣ ਤੂੰ ਹੀ ਤੂੰ ਹੈ। ਜਿਹਨੂੰ ਕਬੀਰ ਸਾਹਿਬ ਨੇ ਵੀ ਕਿਹਾ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਤੇ ਸਤਿਗੁਰੂ ਦੀ ਬਾਣੀ ਕਹਿੰਦੀ ਪੁੱਤਰ ਜਿੱਦਣ ਹਉਮੈ ਨਿਕਲ ਗਈ ਉਸ ਦਿਨ ਆ ਪੰਜ ਤੱਤਾਂ ਦਾ ਸਰੀਰ ਤਾਂ ਤੂੰ ਰੱਬ ਦੀ ਕਿਰਪਾ ਨਾਲ ਲਏਗਾ, ਪਰ ਇਸ ਸਰੀਰ ਵਿੱਚ ਰਹਿ ਕੇ ਜੁੜੇਗਾ ਉਸ ਪਰਮਾਤਮਾ ਨਾਲ ਜਿਹਨੇ ਇਹ ਦਾਤ ਦਿੱਤੀ। ਤੂੰ ਸਰੀਰ ਨਾਲ ਨਹੀਂ ਜੁੜੇਗਾ, ਤੂੰ ਰੱਬ ਦੇ ਨਾਮ ਨਾਲ ਜੁੜੇਗਾ, ਉਹਦੀ ਯਾਦ ਵਿੱਚ ਜੁੜੇਗਾ। ਤੇ ਜਿਹੜਾ ਉਹਦੀ ਯਾਦ ਵਿੱਚ ਜੁੜਿਆ ਹੈ ਨਾ, ਉਹ ਸਰੀਰ ਦੀ ਮੌਤ ਆਉਣ ਤੇ ਵੀ ਆਪਣੇ ਜੀਵਨ ਨੂੰ ਡਲਾਉਂਦਾ ਨਹੀਂ, ਉਹ ਕਦੇ ਮੌਤ ਤੋਂ ਘਬਰਾਉਂਦਾ ਜਾਂ ਡਰਦਾ ਨਹੀਂ। ਜਿਹਨੂੰ ਕਬੀਰ ਸਾਹਿਬ ਨੇ ਕਿਹਾ, ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨਾ। ਜਿਹਨੂੰ ਗੁਰੂ ਨਾਨਕ ਜੀ ਨੇ ਕਿਹਾ, ਕਹਿੰਦੇ ਜਿਹੜਾ ਸੂਰਮਾ ਅੰਦਰ ਨੂੰ ਜਿੱਤ ਕੇ ਬੈਠਾ ਹੈ ਨਾ, ਜਿਹੜਾ ਅੰਦਰੋਂ ਵਿਕਾਰਾਂ ਨੂੰ ਹਰਾ ਕੇ ਇਸ ਅੰਦਰ ਨੂੰ ਜਿੱਤ ਕੇ ਬੈਠਾ ਹੈ, ਉਹ ਤਾਂ ਮੌਤ ਨੂੰ ਵੀ ਕਹਿੰਦਾ ਮਰਨਾ ਮੁਨਸਾਂ ਸੂਰਿਆਂ ਹੱਕ ਹੈ। ਉਹ ਤਾਂ ਮੌਤ ਨੂੰ ਵੀ ਆਪਣਾ ਹੱਕ ਸਮਝ ਕੇ ਜੀ ਰਿਹਾ। ਮੌਤ ਆਉਣੀ ਸਭ ਨੂੰ, ਪਰ ਸਿੱਖ ਦੀ ਮੌਤ ਤੇ ਆਮ ਮਨੁੱਖ ਦੀ ਮੌਤ ਵਿੱਚ ਬੜਾ ਅੰਤਰ ਹੈ ਜੀ। ਜਦੋਂ ਤੁਸੀਂ ਮਰਿਆਦਾ ਨੂੰ ਪੜ੍ਹੋ ਨਾ, ਬੜੇ ਕਮਾਲ ਦੇ ਸ਼ਬਦ ਨੇ। ਸ਼ਾਮ ਪੈਂਦੀ ਹੈ, ਸਿੱਖ ਸੌਣ ਲੱਗਦਾ ਹੈ। ਪੂਰੇ ਦਿਨ ਦੀ ਕਿਰਤ ਤੋਂ ਬਾਅਦ ਜਦੋਂ ਸ਼ਾਮੀ ਮੰਜਾ ਮਿਲਦਾ ਹੈ ਨਾ, ਪ੍ਰਸ਼ਾਦਾ ਛਕ ਕੇ ਸੌਣ ਲੱਗਦਾ ਹੈ ਜੀ। ਜਿਹੜੇ ਗੁਰਸਿੱਖ ਨੇ ਉਹ ਕੀ ਕਰਦੇ ਨੇ, ਚੌਂਕੜਾ ਮਾਰ ਕੇ ਸੋਹਲੇ ਦੀ ਬਾਣੀ ਪੜ੍ਹਦੇ। ਤੇ ਸਾਧ ਸੰਗਤ ਉਸੇ ਮਰਿਆਦਾ ਦਾ ਇੱਕ ਹਿੱਸਾ ਹੈ। ਜਦੋਂ ਪੰਜ ਭੂਤਕ ਸਰੀਰ ਨੂੰ ਅਗਨ ਭੇਟ ਕੀਤਾ ਜਾਂਦਾ ਸ਼ਮਸ਼ਾਨ ਘਾਟ ਦੇ ਅੰਦਰ, ਉਸ ਵੇਲੇ ਵੀ ਜਦੋਂ ਅਗਨ ਦਿੱਤੀ ਤੇ ਅਖੀਰ ਵਿੱਚ ਆਖਿਆ ਗਿਆਨੀ ਜੀ ਨੇ ਜਾਂ ਕੋਈ ਸੱਜਣ ਆ ਕੇ ਕਹਿੰਦਾ ਜੀ ਬੈਠੋ ਸਾਰੇ ਸੋਹਿਲਾ ਸਾਹਿਬ ਪੜ੍ਹੀ। ਧਿਆਨ ਕਰਿਓ, ਅਸਲ ਵਿੱਚ ਜਦੋਂ ਅਸੀਂ ਸੋਹਿਲੇ ਦੀ ਬਾਣੀ ਪੜ੍ਹਦੇ ਹਾਂ ਨਾ, ਸੋਹਿਲੇ ਦਾ ਅਰਥ ਹੁੰਦਾ ਖੁਸ਼ੀ ਦੇ ਗੀਤ। ਮੇਰੇ ਸਿੱਖ ਦੇ ਅੰਤਮ ਸੰਸਕਾਰ ਨੇ ਅਗਨ ਭੇਟ ਕੀਤਾ ਜਾਣੇ ਪੰਜ ਤੱਤਾਂ ਦੇ ਸਰੀਰ ਨੂੰ, ਤੇ ਗੁਰੂ ਨੇ ਹੁਕਮ ਕੀਤਾ ਹੋਇਆ, ਮਰਿਆਦਾ ਹੈ ਕਿ ਉੱਥੇ ਬੈਠ ਕੇ ਵੀ ਸੋਹਿਲਾ ਗਾਇਆ ਜਾਏ। ਸੋਹਿਲੇ ਦਾ ਅਰਥ ਹੁੰਦਾ ਖੁਸ਼ੀ ਦੇ ਗੀਤ। ਸਾਡੇ ਮਨ ਵਿੱਚ ਇੱਕ ਸਵਾਲ ਆਏਗਾ, ਗੁਰੂ ਸਾਰਿਆਂ ਦੀਆਂ ਅੱਖਾਂ ਵਿੱਚ ਤਾਂ ਅਥਰੂ ਨੇ, ਸਾਰਿਆਂ ਦੇ ਅੰਦਰ ਅਫਸੋਸ ਹੈ ਜਾਣ ਵਾਲੇ ਲਈ, ਪਰ ਤੁਸੀਂ ਕਹਿੰਦੇ ਹੋ ਸੋਹਿਲਾ ਪੜੋ। ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਚਨ ਸੀ, ਪੁੱਤਰ ਸੋਹਿਲਾ ਮੈਂ ਇਸ ਲਈ ਪੜਨ ਲਈ ਕਹਿੰਦੇ ਤਾਂ ਕਿ ਤੈਨੂੰ ਗੁਰੂ ਦੀ ਅਸੀਸ ਮਿਲ ਜਾਏ ਤੇ ਤੂੰ ਪਰਮਾਤਮਾ ਦੇ ਘਰ ਵਿੱਚ ਤੇਰਾ ਮਿਲਾਪ ਮਲਕ ਨਾਲ ਹੋ ਜਾਏ। ਅਸੀਂ ਪੜ੍ਹਦੇ ਹਾਂ ਨਾ ਸ਼ਬਦ, ਦੇਹ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਪਿਆਰਿਓ ਵਿਛੋੜਾ ਤਾਂ ਸਭਨਾਂ ਦਾ ਹੈ। ਮੌਤ ਕਿਸੇ ਨੂੰ ਵੀ ਸਾਧ ਸੰਗਤ ਐਸਾ ਨਹੀਂ ਵੀ ਨਹੀਂ ਆਏਗੀ, ਹਰ ਇੱਕ ਨੂੰ ਮੌਤ ਆਏਗੀ। ਤੇ ਮੌਤ ਦੀ ਪਰਿਭਾਸ਼ਾ ਤਾਂ ਗੁਰੂ ਅਰਜਨ ਦੇਵ ਜੀ ਨੇ 12 ਮਾਹਾਂ ਦੀ ਬਾਣੀ 'ਚ ਦਿੱਤੀ ਹੋਈ। ਜਦੋਂ ਸਤਿਗੁਰੂ ਕਹਿੰਦੇ ਪੁੱਤਰ ਦੇਖ ਜਿਸ ਦਿਨ ਮੌਤ ਆਈ ਹੱਥ ਮਰੋੜੈ ਤਨ ਕਪੈ ਸਿਆਹੋ ਹੋਆ ਸੇਤ, ਇਹ ਮੌਤ ਦੀ ਪਰਿਭਾਸ਼ਾ ਹੈ। ਹੱਥ ਮਰੋੜੈ
ਸਰੀਰ ਮੁੜੇਗਾ, ਅੰਦਰੋਂ ਜਿੰਦ ਨਿਕਲਣੀ ਹੈ, ਤਨ ਕਪੈ ਤਨ ਕੰਬੇਗਾ, ਸਿਆਹੋ ਹੋਆ ਸੇਤ ਸਿਆਹੋ। ਕਹਿੰਦੇ ਨੇ ਜਿਹੋ ਜਿਹਾ ਰੰਗ ਲੈ ਕੇ ਬੈਠਾ ਸੀ ਨਾ, ਉਹ ਰੰਗ ਵੀ ਰੰਗ ਨਹੀਂ ਰਹਿਣਾ, ਉਹ ਵੀ ਚਿੱਟਾ ਪੈ ਜਾਣਾ। ਸੇਤ ਕਹਿੰਦੇ ਨੇ ਚਿੱਟੇ ਨੂੰ। ਆਪਾਂ ਆਮ ਪਿੰਡਾਂ 'ਚ ਕਹਿੰਦੇ ਜੀ ਸਰੀਰ ਚਿੱਟਾ ਪੈ ਗਿਆ, ਹੁਣ ਇਹਦੇ ਵਿੱਚ ਜਿੰਦ ਨਹੀਂ ਰਹੀ। ਤੇ ਮੇਰੇ ਗੁਰੂ ਦੀ ਬਾਣੀ ਨੇ ਕਿਹਾ, ਪੁੱਤਰ ਭਾਵੇਂ ਕੋਈ ਬਚਪਨ ਵਾਲਾ, ਭਾਵੇਂ ਕੋਈ ਜਵਾਨੀ ਵਾਲਾ, ਤੇ ਭਾਵੇਂ ਕੋਈ ਬੁਢੇਪੇ ਵਾਲਾ, ਮਾਣ ਨਾ ਕਰੇ ਕਿ ਮੈਂ ਬਹੁਤਾ ਜੀਣਾ। ਪਤਾ ਨਹੀਂ ਕਿਹੜੇ ਵਕਤ ਰੱਬ ਦਾ ਹੁਕਮ ਪੈ ਜਾਣੇ ਤੇ ਇਹ ਪੰਜ ਤੱਤਾਂ ਦੇ ਸਰੀਰ ਚੋਂ ਜਿੰਦ ਨੇ ਨਿਕਲ ਜਾਣਾ। ਤੇਰਾ ਅਸਲ ਮਕਸਦ ਕੀ ਹੈ? ਤੇਰਾ ਅਸਲ ਮਕਸਦ ਸੀ ਕਿ ਤੂੰ ਗੁਰੂ ਦੀ ਅਸੀਸ ਲੈਂਦਾ। ਗੁਰੂ ਦੀ ਅਸੀਸ ਜਿਹੜੇ ਗੁਰਸਿੱਖ ਨੂੰ ਮਿਲ ਗਈ, ਉਹਦਾ ਫਿਰ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ। ਜਦੋਂ ਤੁਸੀਂ ਇਤਿਹਾਸ ਨੂੰ ਪੜ੍ਹੋਗੇ ਨਾ, ਸਾਧ ਸੰਗਤ ਛੋਟੀ ਜੀ ਉਮਰ ਹੈ, 12 ਕੁ ਸਾਲਾਂ ਦੀ ਉਮਰ, 12 ਕੁ ਸਾਲਾਂ ਦੀ ਉਮਰ ਦਾ ਇੱਕ ਬੱਚਾ ਗੁਰੂ ਨਾਨਕ ਦੀ ਰੋਜ਼ ਸੰਗਤ ਵਿੱਚ ਆਉਂਦਾ, ਧਰਮਸ਼ਾਲ ਅੰਦਰ ਗੁਰੂ ਕੋਲ ਬੈਠਦਾ, ਬਾਣੀ ਵੀ ਸਰਵਣ ਕਰਦਾ, ਗੁਰੂ ਦਾ ਉਪਦੇਸ਼ ਵੀ ਸਰਵਣ ਕਰਦਾ। ਤੇ ਆਮ ਕਰਕੇ ਜਦੋਂ ਅਸੀਂ ਵੇਖਦੇ ਹਾਂ ਨਾ, ਸੰਗਤ ਵਿੱਚ ਬੱਚੇ ਬੜੇ ਘੱਟ ਆਉਂਦੇ ਨੇ। ਜਵਾਨੀ ਤੱਕ ਬੱਚਾ ਸੰਗਤ ਵਿੱਚ ਆਉਣ ਤੋਂ ਸੰਕੋਚ ਕਰਦਾ। ਇਹ ਵੱਡੇ ਭਾਗ ਹੋਣ ਜਿਹੜਾ ਆਵੇ। ਗੁਰੂ ਨਾਨਕ ਦੇ ਪਾਤਸ਼ਾਹ ਨੇ 4-5 ਦਿਨਾਂ ਤੋਂ ਲਗਾਤਾਰ ਆਉਣ ਵਾਲੇ ਬੱਚੇ ਨੂੰ ਕੋਲ ਬੁਲਾਇਆ, ਉਹਨੂੰ ਗੁੱਟ ਘੁੱਟ ਕੇ ਗਲਵੱਕੜੀ 'ਚ ਲਿਆ ਤੇ ਗਲਵੱਕੜੀ 'ਚ ਲੈ ਕੇ ਪੁੱਛਿਆ, ਪੁੱਤਰ ਤੂੰ ਹਰ ਰੋਜ਼ ਸੰਗਤ 'ਚ ਆਉਂਦਾ, ਇਹੋ ਜਿਹਾ ਕਿਹੜਾ ਕਾਰਨ ਬਣਿਆ ਕਿ ਇੰਨੀ ਪਿਆਰੀ ਖੇਡ ਹੋਵੇ ਤੈਨੂੰ, ਇੰਨੀ ਪਿਆਰਾ ਬਚਪਨ ਵਿੱਚ ਤੇਰੇ ਮਿੱਤਰ ਹੋਣ, ਸਭਨਾਂ ਨੂੰ ਛੱਡ ਕੇ ਤੂੰ ਸੰਗਤ ਕਰਦੇ? ਤੇ ਉਸ ਬੱਚੇ ਦਾ ਜਵਾਬ ਸੀ, ਕਹਿਣ ਲੱਗਿਆ, ਗੁਰੂ ਨਾਨਕ ਜੀ ਅੱਜ ਤੋਂ ਕੁਝ ਦਿਨ ਪਹਿਲਾਂ ਜਦੋਂ ਨਹੀਂ ਸੀ ਨਾ ਆਉਂਦਾ, ਉਦੋਂ ਖੇਡ ਵੀ ਪਿਆਰੀ ਸੀ, ਉਦੋਂ ਮਿੱਤਰ ਵੀ ਬੜੇ ਪਿਆਰੇ ਸਨ। ਤੇ ਜਦੋਂ ਇੱਕ ਦਿਨ ਅਚਾਨਕ ਇੱਕ ਕਾਰਨ ਬਣਿਆ। ਕਾਰਨ ਕੀ ਬਣਿਆ? ਕਹਿਣ ਲੱਗਿਆ, ਜੀ ਮੈਂ ਬੱਚਿਆਂ ਨਾਲ ਮਿੱਤਰਾਂ ਨਾਲ ਖੇਡਦਾ ਪਿਆ ਸੀ, ਇਸ ਥਾਂ ਦੇ ਇਸ ਇਲਾਕੇ ਦੇ ਨਵਾਬ ਨੇ ਆਪਣੇ ਸਿਪਾਹੀ ਭੇਜੇ ਨੇ, ਸਿਪਾਹੀ ਆਏ ਨੇ, ਅਸੀਂ ਖੇਡ ਰਹੇ ਸੀ, ਅਸੀਂ ਇੱਕ ਪਾਸੇ ਹੋ ਗਏ, ਘੋੜਿਆਂ ਦੀ ਦਹਾੜ ਸੁਣੀ। ਜਦੋਂ ਉਹਨਾਂ ਨੇ ਆਪਣੇ ਘੋੜੇ ਰੋਕੇ, ਘੋੜਿਆਂ ਤੋਂ ਉਤਰੇ, ਕਿਸੇ ਨੂੰ ਵੀ ਨਹੀਂ ਪੁੱਛਿਆ, ਆ ਕੇ ਕਿਸਾਨਾਂ ਦੀਆਂ, ਜ਼ਿਮੀਂਦਾਰਾਂ ਦੀਆਂ ਫਸਲਾਂ ਵੱਢਣ ਲੱਗ ਪਏ। ਕਹਿੰਦੇ ਅਸੀਂ ਬੱਚੇ ਸਾਂ, ਵੇਖ ਰਹੇ ਸੀ। ਤੇ ਸਾਧ ਸੰਗਤ ਜ਼ਿਮੀਂਦਾਰ ਉੱਥੇ ਖੜੋਤੇ ਇੱਕ ਬਚਨ ਬੋਲ ਰਹੇ ਸਨ। ਕਹਿੰਦੇ ਉਹ ਬਚਨ ਕੰਨੀ ਪਏ। ਉਹਨਾਂ ਆਖਿਆ, ਜੀ ਦੇਖੋ ਨਵਾਬ ਦੇ ਭੇਜੇ ਨੇ ਤੇ ਨਵਾਬ ਦੇ ਭੇਜਿਆਂ ਨੂੰ ਅਸੀਂ ਨਹੀਂ ਰੋਕ ਸਕਦੇ। ਇਹ ਫਸਲ ਕਿਸੇ ਜ਼ਿਮੀਂਦਾਰ ਦੀ ਹਰੀ ਹੈ, ਭਾਵੇਂ ਅੱਧ ਪੱਕੀ ਹੈ ਤੇ ਭਾਵੇਂ ਪੱਕੀ, ਇਹਨਾਂ ਨੇ ਸਾਰੀਆਂ ਵੱਢ ਲੈ ਜਾਣੀਆਂ। ਕਹਿੰਦੇ ਉਹ ਆਵਾਜ਼ ਕੰਨੀ ਪਈ ਜ਼ਿਮੀਂਦਾਰਾਂ ਦੀ। ਮੇਰੇ ਮਨ ਵਿੱਚ ਇੱਕ ਸਵਾਲ ਪੈਦਾ ਹੋਇਆ। ਗੁਰੂ ਨਾਨਕ ਜੀ ਪਹਿਲਾਂ ਹੀ ਦੱਸਦੇ ਆ, ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ। ਕਹਿਣ ਲੱਗੇ, ਮੇਰੇ ਮਨ ਵਿੱਚ ਇੱਕ ਸਵਾਲ ਆਇਆ, ਮਨਾ ਆ ਜਿਹੜਾ ਸਰੀਰ ਚੁੱਕੀ ਫਿਰਦਾ, ਇਹ ਵੀ ਤਾਂ ਰੱਬ ਦੀ ਫਸਲ ਹੈ। ਰੱਬ ਕਿਸਾਨ ਦਾ ਜਿਸ ਦਿਨ ਹੁਕਮ ਆ ਗਿਆ, ਉਸ ਦਿਨ ਨਹੀਂ ਪੁੱਛਣਾ ਉਸਨੇ ਵੀ ਬਚਪਨ ਹੈ, ਜਵਾਨੀ ਹੈ, ਬੁਢੇਪਾ, ਉਸ ਦਿਨ ਤਾਂ ਸਿਰਫ ਕੰਮ ਹੀ ਵੱਢਣ ਵਾਲਾ ਹੋਣਾ। ਕਹਿਣ ਲੱਗੇ, ਇਸੇ ਕਰਕੇ ਗੁਰੂ ਨਾਨਕ ਜੀ ਕਿਸੇ ਆਖਿਆ ਵੀ ਸੰਗਤ ਵਿੱਚ ਮੌਤ ਦਾ ਡਰ ਖਤਮ ਹੁੰਦਾ ਹੈ। ਮੈਂ ਪਿਛਲੇ ਦਿਨਾਂ ਤੋਂ ਤਾਂ ਸੰਗਤ ਚ ਆਉਣ ਲੱਗਿਆ। ਗੁਰੂ ਨਾਨਕ ਨੇ ਏਡੇ ਪਿਆਰੇ ਬਚਨ ਸੁਣੇ, ਜਿਹੜਾ ਕੋਈ ਸਿਆਣਾ ਪੁਰਖ ਲੰਬੀ ਉਮਰ ਵਾਲਾ ਵੀ ਨਹੀਂ ਸੀ ਕਰਦਾ। ਗੁਰੂ ਨਾਨਕ ਨੇ ਘੁੱਟ ਗਲਵੱਕੜੀ ਚ ਲਿਆ, ਅਗਲੀ ਗੱਲ ਪੁੱਛੀ, ਪੁੱਤਰ ਤੇਰਾ ਨਾਂ ਕੀ? ਕਹਿੰਦਾ, ਸਤਿਗੁਰੂ ਮੇਰੇ ਮਾਪਿਆਂ ਨੇ ਨਾਂ ਰੱਖਿਆ ਬੂੜਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਸੱਜਣਾ ਪੁੱਤਰ ਤੇਰਾ ਨਾਂ ਬੂੜਾ ਨਹੀਂ, ਤੇਰਾ ਨਾਂ ਤਾਂ ਬੁੱਢਾ ਹੋਣਾ ਚਾਹੀਦਾ। ਇੰਨੀਆਂ ਸਿਆਣੀਆਂ ਗੱਲਾਂ, ਐਡੀਆਂ ਉੱਚੀਆਂ ਗੱਲਾਂ ਪੁੱਤਰ ਕਿਸੇ ਨੇ ਚੰਗਾ ਆਖਿਆ। ਰੋਜ਼ ਸੰਗਤ ਕਰੀ, ਸੰਗਤ ਵਿੱਚ ਆਇਆ ਮੌਤ ਦਾ ਡਰ ਵੀ ਖਤਮ ਹੋ ਜਾਏ। ਦੇਖੋ ਗੁਰੂ ਦੇ ਬਚਨ, ਤੇ ਉਸ ਬੱਚੇ ਨੇ ਕਮਾਲ ਲਏ। ਗੁਰੂ ਦੇ ਬਚਨਾਂ ਨੂੰ ਛੱਡਿਆ ਨਹੀਂ। ਜੇ ਇੱਕ ਵੀ ਸਿੱਖਿਆ ਗੁਰੂ ਦੀ ਹਿਰਦੇ ਵਿੱਚ ਵਸ ਜਾਏ ਨਾ, ਤੇ ਗੁਰੂ ਨਾਨਕ ਕਹਿੰਦੇ ਨੇ, ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਆ ਇੱਕੋ ਸਿੱਖਿਆ ਸੀ ਨਾ ਪੁੱਤਰ, ਸੰਗਤ ਨਾ ਛੱਡੀ, ਮੌਤ ਦਾ ਡਰ ਖਤਮ ਹੋ ਜਾਏਗਾ। ਉਹ ਪਿਆਰੇ ਬੱਚੇ ਨੇ ਸੰਗਤ ਨਹੀਂ ਛੱਡੀ, ਗੁਰੂ ਨਾਨਕ ਦਾ ਦਰ ਨਹੀਂ ਛੱਡਿਆ।
ਇਹੋ ਜਿਹਾ ਜੁੜਿਆ। ਪਹਿਲੇ ਗੁਰੂ ਦਾ ਸਮਾਂ ਨਿਕਲ ਗਿਆ, ਦੂਜੇ ਗੁਰੂ ਦਾ ਸਮਾਂ ਨਿਕਲ ਗਿਆ, ਤੀਜੇ ਗੁਰੂ ਦਾ, ਚੌਥੇ ਗੁਰੂ ਦਾ, ਪੰਜਵੇਂ ਗੁਰੂ ਦਾ, ਛੇਵੇਂ ਗੁਰੂ ਦਾ ਸਮਾਂ ਆਇਆ। ਤੇ ਗੁਰੂ ਨਾਨਕ ਦੇ ਘਰ ਨੇ ਮਾਣ ਕਿੱਡਾ ਕੁ ਦਿੱਤਾ। ਪਹਿਲੀਆਂ 6 ਗੁਰੂਆਂ ਦੇ ਵਿੱਚੋਂ ਗੁਰੂ ਨਾਨਕ ਨੂੰ ਛੱਡ ਦਈਏ, ਪਹਿਲੇ 5 ਜਿਹੜੇ 6ਵੇਂ ਗੁਰੂ ਤੱਕ ਗੁਰਤਾ ਗੱਦੀ ਦੀ ਅਰਦਾਸ ਤੇ ਤਿਲਕ ਉਹ ਗੁਰੂ ਕਾ ਸਿੱਖ ਦਿੰਦਾ ਰਿਹਾ, ਜਿਹੜਾ ਕਦੇ 12 ਸਾਲਾਂ ਦੀ ਉਮਰ ਵਿੱਚ ਗੁਰੂ ਨਾਨਕ ਦੀ ਸੰਗਤ ਚ ਆਇਆ ਸੀ। ਇਹ ਕੋਈ ਹੋਰ ਨਹੀਂ, ਧੰਨ ਧੰਨ ਬਾਬਾ ਬੁੱਢਾ ਜੀ ਸਨ। ਤੇ ਧਿਆਨ ਕਰਿਓ, ਜਦੋਂ 5ਵੇਂ ਗੁਰੂ ਦਾ ਸਮਾਂ ਆਇਆ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਨਾ, ਤੇ ਗੁਰੂ ਅਰਜਨ ਦੇਵ ਜੀ ਨੇ, ਜਿਹੜਾ ਕਦੇ ਬਚਪਨ ਵਿੱਚ ਮੌਤ ਤੋਂ ਡਰਦਾ ਸੀ, ਅੱਜ ਤਤ ਬੇਤਾ ਸੀ। 98 ਸਾਲ ਦੀ ਬਜ਼ੁਰਗ ਉਮਰ ਸੀ ਉਸ ਦਿਨ, ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਥਾਪਿਆ ਸੀ। 98 ਸਾਲ ਦੀ ਐਡੀ ਲੰਬੀ ਉਮਰ ਦੇ ਬਾਬਾ ਬੁੱਢਾ ਜੀ ਗ੍ਰੰਥੀ ਬਣੇ। 125 ਸਾਲ ਕੁੱਲ ਉਮਰ ਹੈ। 125 ਵਿੱਚੋਂ 12 ਜੇ ਕੱਢ ਦਈਏ ਨਾ, 113 ਸਾਲ ਬਾਬਾ ਬੁੱਢਾ ਗੁਰੂ ਨਾਨਕ ਦੀ ਸੰਗਤ ਵਿੱਚ ਰਿਹਾ। ਤੇ ਜਦੋਂ ਸੰਗਤ ਚ ਰਿਹਾ, ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਆਉਂਦਾ, ਜਦੋਂ ਅੰਤਮ ਸਵਾਸ ਨਿਕਲੇ ਇਸ 5 ਤੱਤਾਂ ਦੇ ਸਰੀਰ ਵਿੱਚੋਂ, ਕਿੱਡਾ ਮਾਣ ਹੈ। 12 ਸਾਲ ਦਾ ਗੁਰੂ ਨਾਨਕ ਦੀ ਗੋਦ ਵਿੱਚ ਆਉਣ ਵਾਲਾ, ਅੱਜ ਆਖਰੀ ਸਵਾਸ ਵੀ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਵਿੱਚ ਕੱਢ ਰਿਹਾ ਸੀ। ਤੇ ਜਦੋਂ ਐਡਾ ਮਾਣ, ਐਡਾ ਸਤਿਕਾਰ ਗੁਰੂ ਨੇ ਦਿੱਤਾ, ਅਰਥੀ ਤਿਆਰ ਹੋਈ ਨਾ। 4 ਕੰਧੇ ਸਨ, ਉਹਨਾਂ 4 ਕੰਧਿਆਂ ਚੋਂ ਇੱਕ ਕੰਧਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਸੀ ਸਿੱਖ ਲਈ। ਤੇ ਸਾਧ ਸੰਗਤ, ਜਦੋਂ ਆਹ ਨਜ਼ਾਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਜਿਨ੍ਹਾਂ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ, ਜਦੋਂ ਉਹਨਾਂ ਨੇ ਤੱਕਿਆ, ਉਹ ਅਸੀਸ ਮਿਲੇ ਹੋਏ ਗੁਰਸਿੱਖ ਬਾਬੇ ਬੁੱਢੇ ਲਈ ਇਹ ਬਚਨ ਸਨ, ਜਿਹੜੇ ਉਹਨਾਂ ਨੇ ਆਪਣੀ ਬਾਣੀ 'ਚ ਦਰਜ ਕੀਤੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੋਢਾ ਦਿੰਦਿਆਂ ਤੱਕਿਆ, ਤੇ ਬਚਨ ਸੀ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲੇ। ਇਹ ਕੌਣ ਜਾ ਰਿਹਾ ਹੈ? ਇਹ ਉਹ ਗੁਰਮੁਖ ਜਾ ਰਿਹਾ ਹੈ, ਜਿਹੜਾ ਜਨਮ ਸਵਾਰ ਕੇ ਤੁਰਿਆ ਹੋਏ, ਜਿਹੜਾ ਗੁਰੂ ਨਾਲ ਜੁੜਿਆ, ਗੁਰੂ ਦੀ ਕਿਰਪਾ ਦਾ ਪਾਤਰ ਬਣਿਆ, ਤੇ ਗੁਰੂ ਦੇ ਰਹਿਮਤ ਭਰਿਆ ਹੱਥ ਗੁਰੂ ਨੇ ਰੱਖਿਆ। ਅੱਜ ਉਹ ਜਨਮ ਸਵਾਰ ਕੇ ਚੱਲਿਆ ਸੀ, ਰੱਬੀ ਦਰਗਾਹ ਵਿੱਚ ਚੱਲਿਆ ਸੀ, ਤੇ ਮਾਣ ਪਾ ਕੇ, ਇੱਜ਼ਤ ਪਾ ਕੇ ਤੁਰਿਆ ਸੀ। ਜਿਹਨੂੰ ਬਾਣੀ ਕਹਿੰਦੀ ਵੀ ਜਿਹੜਾ ਮਾਲਕ ਨਾਲ ਜੁੜ ਜਾਏ ਨਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਪਰ ਇਹ ਮਿਲੇਗਾ ਕਦੋਂ ਜੀ? ਜਦੋਂ ਅਸੀਸ ਮਿਲ ਜਾਏ ਗੁਰੂ ਦੀ। ਦੇਹ ਸੱਜਣ ਆਸੇ ਸੜੀ, ਜਿਉ ਹੋਵੇ ਸਾਹਿਬ ਸਿਉ ਮੇਲ। ਤੇ ਸਤਿਗੁਰੂ ਨੂੰ ਪੁੱਛੀਏ, ਸੱਚੇ ਪਾਤਸ਼ਾਹ, ਇਹ ਦਿਨ ਸਾਰਿਆਂ ਤੇ ਆਉਣਾ? ਤੇ ਗੁਰੂ ਦੀ ਬਾਣੀ ਕਹਿੰਦੀ, ਸੰਬਤ ਸਾਹਾ ਲਿਖਿਆ। ਦੇਖੋ, ਸੰਬਤ ਦਾ ਅਰਥ ਹੈ ਸਾਲ, ਸਾਹੇ ਦਾ ਅਰਥ ਹੁੰਦਾ ਉਹ ਦਿਨ ਜਿਸ ਦਿਨ 5 ਤੱਤਾਂ ਚੋਂ ਇਸ ਜਿੰਦ ਨੇ ਨਿਕਲਣਾ। ਅਸਲ ਵਿੱਚ ਸਾਹੇ ਦਾ ਸੰਬੰਧ ਵਿਆਹ ਨਾਲ ਹੁੰਦਾ ਹੈ ਜੀ। ਕਿਸੇ ਦੇ ਘਰ ਵਿੱਚ ਧੀ ਜਨਮਦੀ ਹੈ ਨਾ, ਆ ਮੇਰੀਆਂ ਮਾਤਾਵਾਂ ਭੈਣਾਂ ਬੈਠੀਆਂ, ਜਦੋਂ ਤੁਸੀਂ ਕਿਸੇ ਦੇ ਘਰ ਵਿੱਚ ਜਨਮੀਆਂ ਸੀ, ਤੁਹਾਡੇ ਮਾਪਿਆਂ ਨੇ, ਤੁਹਾਡੇ ਗਵਾਂਢੀਆਂ ਨੇ, ਸਕੇ ਸੰਬੰਧੀਆਂ ਨੇ ਉਸੇ ਦਿਨ ਧੀ ਜਨਮੀ ਤੇ ਇੱਕ ਸ਼ਬਦ ਬੋਲਿਆ ਸੀ। ਇਹ ਸ਼ਬਦ ਸੀ ਵੀ ਇਹ ਪਰਾਇਆ ਧਨ ਹੈ। ਭਾਵੇਂ ਤੁਸੀਂ ਪਲੀਆਂ ਵੱਡੀਆਂ ਹੋਈਆਂ ਪੇਕੇ ਘਰ 'ਚ, ਪਰ ਇੱਕ ਗੱਲ ਚੇਤੇ ਰੱਖਿਓ, ਅਸਲ ਘਰ ਧੀ ਦਾ ਆਖਿਆ ਜਾਂਦਾ ਸਹੁਰਾ ਘਰ ਹੋਇਆ ਕਰ। ਤੇ ਅਸੀਂ ਪਰਾਇਆ ਧਨ ਕਹਿੰਦੇ ਹਾਂ ਜੀ, ਪਰਾਇਆ ਧਨ ਹੈ। ਜਿਸ ਦਿਨ ਉਹ ਧੀ ਪਰਾਇਆ ਧਨ ਜਵਾਨ ਹੋਈ, ਮਾਪਿਆਂ ਨੇ ਚੰਗਾ ਵਰ ਲੱਭਿਆ, ਤੇ ਜਿਸ ਦਿਨ ਉਹ ਵਰ ਦੇ ਨਾਲ ਵਿਆਹੀ ਜਾਣੀ ਹੈ, ਉਹ ਸਾਹੇ ਦਾ ਦਿਨ ਹੁੰਦਾ ਹੈ ਜੀ। ਉਹ ਜਿਸ ਦਿਨ ਵਿਆਹੀ ਜਾਣੀ, ਉਹ ਸਾਹੇ ਦਾ ਦਿਨ। ਉਹ ਤੋਂ 2 ਦਿਨ ਪਹਿਲਾਂ, ਧਿਆਨ ਕਰਿਓ, ਉਹ ਤੋਂ 2-4 ਦਿਨ ਪਹਿਲਾਂ ਤੇ ਪਰਿਵਾਰ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਆਉਂਦਾ ਹੈ। ਸੁਹਾਗਣਾ, ਆਂਢਣਾ, ਗੁਆਂਢਣਾ ਇਕੱਠੀਆਂ ਹੋ ਕੇ ਨਾ, ਉਹ ਧੀ ਦੇ ਨਾਲ ਇੱਕ ਰਸਮ ਕਰਦੀਆਂ ਨੇ। ਉਹ ਰਸਮ ਦਾ ਗੱਲ ਵੀ ਗੁਰਬਾਣੀ ਵਿੱਚ ਲਿਖੀ ਗੁਰੂ ਨਾਨਕ ਜੀ ਨੇ, ਜਦੋਂ ਲਿਖਿਆ ਮਿਲ ਕਰ ਪਾਵੋ ਤੇਲ। ਉਹ ਰਸਮ ਹੈ ਜੀ, ਜਦੋਂ 4 ਦਿਨ ਪਹਿਲਾਂ ਸੁਹਾਗਣਾ ਇਕੱਠੀਆਂ ਹੋਈਆਂ, ਉਹਨਾਂ ਨੇ ਸ਼ਗਨ ਦੀ ਇੱਕ ਬੂੰਦ ਤੇਲ ਦੀ ਸਿਰ ਵਿੱਚ ਪਾਈ, ਤੇ ਨਾਲੇ ਖੁਸ਼ੀ ਖੁਸ਼ੀ ਗੀਤ ਗਾਏ। ਤੇ ਜਦੋਂ ਗੀਤ ਗਾ ਰਹੀਆਂ ਸੀ ਨਾ, ਉਦੋਂ ਸਾਧ ਸੰਗਤ ਅੱਖਾਂ ਵਿੱਚੋਂ ਅਥਰੂ ਵੀ ਕੇਰ ਰਹੀਆਂ ਸਨ।
ਉਹ ਵੀ ਕਿਸੇ ਦੇ ਘਰੋਂ ਆਈਆਂ ਸੀ ਸੁਹਾਗਣਾ। ਤੇ ਧਿਆਨ ਕਰਿਓ, ਗੁਰੂ ਨਾਨਕ ਨੇ ਪੁੱਛਿਆ, ਧੀਓ ਇੱਕ ਪਾਸੇ ਗੀਤ ਹੈ, ਸ਼ਗਨ ਹੈ, ਇੱਕ ਪਾਸੇ ਅੱਖਾਂ 'ਚੋਂ ਅਥਰੂ ਕਿਉਂ? ਜਦੋਂ ਜਵਾਬ ਮਿਲਿਆ ਧੀਆਂ ਦਾ, ਕਹਿਣ ਲੱਗੀਆਂ, ਗੁਰੂ ਨਾਨਕ ਜੀ ਵੇਖੋ, ਇਹ ਧੀ ਨੇ ਪੇਕੇ ਘਰ ਨੂੰ ਛੱਡ ਕੇ ਸਹੁਰੇ ਘਰ ਚਲੀ ਜਾਣਾ। ਇਸ ਗੱਲ ਦਾ ਅੱਖਾਂ ਵਿੱਚ ਅਥਰੂ ਹੈ, ਵੈਰਾਗ ਹੈ, ਪਰ ਖੁਸ਼ੀ ਇਸ ਗੱਲ ਦੀ ਹੈ ਵੀ ਜਿਹੜੀ ਧੀ ਵੀ ਜਨਮੀ ਹੈ ਉਹਨੇ ਅਸਲ ਵਿੱਚ ਸਹੁਰੇ ਘਰ ਜਾਣਾ ਜ਼ਰੂਰ ਹੈ। ਤੇ ਗੁਰੂ ਨਾਨਕ ਜੀ ਨੇ ਨਾ ਜਦੋਂ ਆਹ ਗੱਲ ਸੁਣੀ ਸੀ, ਉਹਨਾਂ ਨੇ ਪੰਕਤੀ ਲਿਖੀ, ਕਹਿਣ ਲੱਗੇ, ਜਿੰਦ ਰੂਪ ਧੀਏ ਤੂੰ ਵੀ ਰੱਬ ਦੇ ਘਰ ਵਿੱਚੋਂ ਸੰਸਾਰ ਵਿੱਚ ਜਨਮੀ ਹੈ। ਸੰਸਾਰ ਪੇਕਾ ਘਰ ਹੈ ਤੇ ਰੱਬ ਦਾ ਘਰ ਸਹੁਰਾ ਘਰ। ਤੇ ਇੱਥੇ ਪੇਕੜੇ ਜਿਹੜੇ ਨੇ ਨਾ, ਇਹ 4 ਦਿਨਾਂ ਦੇ ਨੇ। ਤੇ ਹੇ ਜਿੰਦ ਰੂਪ ਧੀਏ, ਤੇਰਾ ਵੀ ਇੱਕ ਦਿਨ ਸਾਹਾ ਬੰਧਿਆ ਹੋਇਆ। ਦੁਨੀਆ ਦੇ ਸਾਹੇ ਦੁਨੀਆ ਦੇ ਮਾਪੇ ਬੰਧਦੇ ਨੇ, ਪਰ ਹੇ ਜਿੰਦ ਰੂਪ ਧੀਏ, ਜਿਸ ਦਿਨ ਤੂੰ 5 ਤੱਤਾਂ ਦੇ ਸਰੀਰ ਵਿੱਚ ਆਈ ਸੀ, ਉਸੇ ਦਿਨ ਪਹਿਲਾਂ ਤੇਰਾ ਸਾਹਾ ਬੰਧਿਆ ਗਿਆ ਸੀ, ਜਿਹਨੂੰ ਆਪਾਂ ਕਹਿੰਦੇ ਮਰਨ ਲਿਖਾਏ ਮੰਡਲ ਮੈਂ ਆਏ। ਤੇ ਗੁਰੂ ਨੇ ਕਿਹਾ ਸੰਬਤ ਸਾਹਾ ਲਿਖਿਆ, ਸਾਲ ਵੀ ਲਿਖਿਆ, ਸਾਹੇ ਦਾ ਦਿਨ ਵੀ ਲਿਖਿਆ। ਤੇ ਸਤਿਗੁਰੂ ਕਹਿੰਦੇ ਨੇ ਉੱਥੇ ਕੀ ਹੈ ਜੀ, ਇੱਥੇ ਸੁਹਾਗਣਾ ਇਕੱਠੀਆਂ ਹੋ ਕੇ ਇੱਕ ਇੱਕ ਬੂੰਦ ਤੇਲ ਦੀਆਂ ਪਾਉਂਦੀਆਂ। ਉੱਥੇ ਸਾਰਾ ਪਰਿਵਾਰ ਇਕੱਠਾ ਹੋ ਕੇ ਫਿਰ ਉਸ ਸਾਹੇ ਬੰਧੇ ਹੋਏ ਸਰੀਰ ਨੂੰ ਅੱਗੇ ਛੱਡ ਆਉਂਦਾ, ਜਿਹਨੂੰ ਆਪਾਂ ਸ਼ਮਸ਼ਾਨ ਕਹਿ ਦਈਏ, ਕੋਈ ਦਫਨਾ ਦਿੰਦਾ। ਤੇ ਸਾਧ ਸੰਗਤ ਵੇਖੋ, ਬੰਦਾ ਚੱਲਿਆ 4 ਜਣਿਆਂ ਦੇ ਕੰਨ, 4 ਕੰਧਿਆਂ ਦੇ ਉੱਤੇ ਚੁੱਕਿਆ ਗਿਆ, ਅੱਗੇ ਛੱਡ ਆਏ, ਜਿਹਨੂੰ ਸਤਿਗੁਰੂ ਗੁਰੂ ਨਾਨਕ ਜੀ ਨੇ ਅਲਾਣੀਆਂ ਵਿੱਚ ਵੀ ਆਖਿਆ। ਕਹਿੰਦੇ, ਸੱਜਣਾ ਚੇਤੇ ਰੱਖੀ, ਧੰਨ ਸਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ। ਗੁਰੂ ਨੇ ਇਹ ਨਹੀਂ ਵੀ ਕਿਸੇ ਪੱਖ ਤੋਂ ਸਾਨੂੰ ਖਾਲੀ ਰੱਖਿਆ। ਬਾਬੇ ਨਾਨਕ ਦੇ ਘਰ ਵਿੱਚ ਤਾਂ ਘੋੜੀਆਂ ਵੀ ਗਾਈਆਂ ਗਈਆਂ, ਬਾਬੇ ਨਾਨਕ ਦੇ ਘਰ ਵਿੱਚ ਅਲਾਣੀਆਂ ਵੀ ਨੇ, ਇੱਥੇ ਆਨੰਦ ਦੀ ਬਾਣੀ ਵੀ, ਇੱਥੇ ਰਾਮਕਲੀ ਸੱਦ ਦੀ ਬਾਣੀ ਵੀ। ਗੁਰੂ ਨੇ ਆਖਿਆ, ਪੁੱਤਰ ਇਹ ਗੱਲ ਹਿਰਦੇ ਵਸਾ ਲੈ, ਧੰਨ ਸਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ। ਮੋਹਲਤ ਪੁੰਨੀ, ਮੋਹਲਤ ਪੁੰਨੀ ਦਾ ਅਰਥ ਹੁੰਦਾ ਜਿੱਦਣ ਮਿਲੀ ਮੋਹਲਤ ਪੂਰੀ ਹੋ ਗਈ। ਜਿੱਦਣ ਰੱਬ ਨੇ ਸਮਾਂ ਪੂਰਾ ਹੋ ਗਿਆ ਨਾ ਜੀ, ਮੋਹਲਤ ਪੁੰਨੀ ਪਾਏ ਭਰੀ। ਜਿਵੇਂ ਪਾਣੀ ਵਾਲੀ ਘੜੀ ਵਿੱਚ ਪਈ ਹੋਈ ਕਟੋਰੀ ਜਿਹੜੀ ਹੈ ਪਾਣੀ ਨਾਲ ਭਰ ਕੇ ਡੁੱਬ ਜਾਂਦੀ ਹੈ ਨਾ, ਪੁੱਤਰ ਉਸੇ ਤਰ੍ਹਾਂ ਜਿਸ ਦਿਨ ਮੋਹਲਤ ਪੂਰੀ ਹੋ ਗਈ ਨਾ, ਮੋਹਲਤ ਪੁੰਨੀ ਪਾਏ ਭਰੀ, ਜਾਨੀੜਾ ਘੱਤ ਚਲਾਇਆ। ਉਸ ਦਿਨ ਜਾਨੀੜਾ ਕਹਿੰਦੇ ਨੇ ਜਿੰਦ ਨੂੰ, ਜਿੰਦ ਅੰਦਰੋਂ ਕੱਢ ਕੇ ਨਾ ਰੱਬ ਨੇ ਲੈ ਜਾਣੀ। ਜਾਨੀ ਘੱਤ ਚਲਾਇਆ, ਜਿਸ ਦਿਨ ਇਹ ਜਿੰਦ ਅੰਦਰੋਂ ਕੱਢ ਕੇ ਲਿਜਾਣੀ ਹੈ ਨਾ, ਲਿਖਿਆ ਆਇਆ। ਉਸ ਦਿਨ ਲਿਖਿਆ ਸਭ ਦੇ ਸਾਹਮਣੇ ਆਉਣਾ। ਕਿਸੇ ਨੂੰ ਪਤਾ ਸੀ ਵੀ ਸਤਵੰਤ ਕੌਰ ਜੀ ਇੰਨੇ ਦਿਨ ਨੂੰ, ਇੰਨੀ ਤਰੀਕ ਨੂੰ, ਇੰਨੇ ਵਜੇ ਜਾਣਗੇ? ਇਹ ਤਾਂ ਉਸ ਵਾਹਿਗੁਰੂ ਦਾ ਲਿਖਿਆ ਹੋਇਆ ਸੀ। ਪਹਿਲੇ ਲਿਖਿਆ ਉਸ ਦਿਨ ਸਾਹਮਣੇ ਆਇਆ ਜਿਸ ਦਿਨ ਸਰੀਰ ਚੋਂ ਜਿੰਦ ਨਿਕਲ ਗਈ। ਲਿਖਿਆ ਆਇਆ, ਤੇ ਜਦੋਂ ਲਿਖਿਆ ਆ ਗਿਆ, ਜਦੋਂ ਜਿੰਦ ਨਿਕਲ ਗਈ, ਤੇ ਉਦੋਂ ਫਿਰ ਪਰਿਵਾਰ ਨੇ ਤੁਹਾਨੂੰ ਸਭ ਨੂੰ ਇਤਲਾਹ ਕੀਤੀ ਹੋਣੀ, ਸਾਰਿਆਂ ਨੂੰ ਫੋਨ ਵੱਜੇ ਹੋਣਗੇ ਵੀ ਭਾਈ ਐਵੇਂ ਭਾਣਾ ਵਰਪਰ ਗਏ। ਤੇ ਸਾਧ ਸੰਗਤ ਫਿਰ ਸਾਰੇ ਇਕੱਠੇ ਹੋਏ। ਗੁਰੂ ਨਾਨਕ ਜੀ ਕਹਿੰਦੇ ਨੇ, ਰੁੰਨੇ ਵੀਰ ਸਬਾਏ। ਇਹਦਾ ਅਰਥ ਹੈ ਜੀ, ਰੁੰਨੇ ਦਾ ਅਰਥ ਹੁੰਦਾ ਹੈ ਰੋਣਾ, ਵੀਰ ਸਬਾਏ ਦਾ ਅਰਥ ਹੁੰਦਾ ਜਿੰਨੇ ਸਕੇ ਸੰਬੰਧੀ ਸੀ, ਜਿੰਨੇ ਮਿੱਤਰ, ਜਿੰਨੇ ਨੇੜੇ ਦੇ ਸਨ, ਉਹ ਸਾਰੇ ਇਕੱਤਰ ਹੋਏ। ਉਹਨਾਂ ਨੇ ਅਫਸੋਸ ਕੀਤਾ, ਪਰ ਗੁਰੂ ਨਾਨਕ ਨੇ ਅਗਲੀ ਗੱਲ ਆਖੀ ਸੀ ਸਿਧਾਂਤ ਦੀ। ਕਹਿੰਦੇ, ਸੱਜਣੋ ਅਫਸੋਸ ਨਾ ਕਰੋ, ਇੱਕ ਗੱਲ ਹਿਰਦੇ ਵਿੱਚ ਵਸਾ ਲੋ, ਕਾਇਆ ਹੰਸ ਥੀਆ ਵਿਛੋੜਾ, ਜਾ ਦਿਨ ਪੁੰਨੇ ਮੇਰੀ ਮਾਏ। ਹੇ ਮੇਰੀ ਮਾਂ, ਜਿਸ ਦਿਨ ਪੂਰੇ ਹੋ ਗਏ, ਉਸ ਦਿਨ ਇਸ ਕਾਇਆ ਵਿੱਚੋਂ ਜਿੰਦ ਰੂਪੀ ਜਿੰਦ ਦਾ ਵਿਛੋੜਾ ਜ਼ਰੂਰ ਪੈਣਾ ਹੈ। ਕਾਇਆ ਹੰਸ ਥੀਆ ਵਿਛੋੜਾ, ਥੀਆ ਦਾ ਅਰਥ ਹੁੰਦਾ ਬਿਲਕੁਲ ਪਏਗਾ। ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਇਸ ਵਿਛੋੜੇ ਨੂੰ ਰੋਕ ਸਕੇ। ਕਾਇਆ ਹੰਸ ਥੀਆ ਵਿਛੋੜਾ, ਜਾ ਦਿਨ ਪੁੰਨੇ ਮੇਰੀ ਮਾਏ। ਗੁਰੂ ਨਾਨਕ ਨੇ ਆਖਿਆ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹ ਸੱਜਣ ਆਸਿਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ। ਹੁਣ ਇਹ ਪਹੁੰਚੇ ਦਾ ਅਰਥ ਜਦੋਂ ਕਰਾਂਗੇ ਨਾ ਜੀ, ਪਹੁੰਚੇ ਦਾ ਅਰਥ ਹੈ ਜਿਹੜੀ 7 ਦਿਨ ਪਹਿਲਾਂ ਸਾਹਾ ਚਿੱਠੀ ਆਉਂਦੀ। ਧਿਆਨ ਕਰਿਓ, ਗੁਰੂ ਨਾਨਕ ਜੀ ਕਹਿੰਦੇ ਨੇ, ਭਾਈ
ਦੁਨੀਆ ਦੀਆਂ ਸਾਹਾ ਚਿੱਠੀਆਂ ਤਾਂ ਆਪਾਂ ਮੰਗਾਉ ਲੈਂਦੇ ਆ, ਸਾਡੇ ਕੋਲ ਮਰਜ਼ੀ ਹੁੰਦੀ ਵੀ 7 ਦਿਨ ਪਹਿਲਾਂ ਮੰਗਾ ਲਓ, 10 ਦਿਨ ਪਹਿਲਾਂ ਮੰਗਾ ਲਓ, ਪਰ ਆਹ ਜਿਹੜੀ ਸਾਹੇ ਦੀ ਚਿੱਠੀ ਹੈ ਨਾ, ਇਹ ਤਾਂ ਜਿੱਦਣ ਜਨਮ ਹੋਇਆ ਉਸੇ ਦਿਨ ਹੀ ਨਾਲ ਹੀ ਆ ਗਈ ਸੀ। ਸਤਿਗੁਰੂ ਕਹਿੰਦੇ ਘਰ ਘਰ ਇਹੋ ਪਹੁੰਚਾ। ਇਹ ਚਿੱਠੀ ਦੀ ਪਹੁੰਚ ਹਰ ਘਰ ਵਿੱਚ ਹੈ। ਜੇ 5 ਜੀ ਹੈ, 5 ਦੀ ਆਈ ਹੋਈ, ਜੇ 6 ਜੀ ਨੇ 6 ਦੀ ਆਈ ਹੋਈ ਹੈ। ਬਸ ਫਰਕ ਇੰਨੇ ਸਦੜੇ ਨਿਤ ਪਵਨ, ਜਿੱਦਣ ਸੱਦਾ ਪੈ ਗਿਆ ਉਸ ਦਿਨ ਦੁਨੀਆ ਤੋਂ ਪਵਨ ਦਾ ਅਰਥ ਹੁੰਦਾ ਜਾਣਾ ਪੈਣਾ। ਜਿਸ ਨੂੰ ਸੱਦਾ ਪੈਂਦਾ ਉਸ ਨੂੰ ਜਾਣਾ ਪੈਂਦਾ। ਕਈ ਵਾਰ ਅਸੀਂ ਵੇਖਦੇ ਹਾਂ, ਮੇਰੀ ਜ਼ਿੰਦਗੀ 'ਚ 2-4 ਵਾਰ ਹੋਇਆ ਬਈ 2 ਦਿਨ ਪਹਿਲਾਂ ਪਿਤਾ ਗਿਆ ਤੇ ਉਹ ਤੋਂ ਬਾਅਦ ਪੁੱਤਰ ਦੀ ਚੜ੍ਹਾਈ ਹੋ ਗਈ। ਸਾਧ ਸੰਗਤ ਜੀ ਇੱਕੋ ਪਰਿਵਾਰ 'ਚੋਂ 2 ਜੀ, ਕਿਸੇ ਦੇ 4 ਜੀ, ਕਿਸੇ ਦੇ ਨਗਰ ਵਿੱਚੋਂ 6-7 ਦਿਨਾਂ 'ਚ 6-7 ਮੌਤਾਂ। ਇਹਨੂੰ ਕੀ ਆਖੋਗੇ? ਜਿਨ੍ਹਾਂ ਨੂੰ ਸੱਦੇ ਪਏ, ਜਿਹਨੂੰ ਰੱਬ ਦਾ ਹੁਕਮ ਹੋ ਗਿਆ ਉਹਨੂੰ ਜਾਣਾ ਜ਼ਰੂਰ ਪੈਣਾ। ਸਦੜੇ ਨਿਤ ਪਵਨ। ਤੇ ਗੁਰੂ ਇਹੋ ਜਿਹਾ ਨਹੀਂ ਵੀ ਜਿਹੜਾ ਡਰਾਉਂਦਾ ਹੀ ਪਿਆ ਵੀ ਭਾਈ ਮੌਤ ਆਉਣੀ ਹੈ। ਗੁਰੂ ਨੂੰ ਪੁੱਛੀਏ ਸੱਚੇ ਪਾਤਸ਼ਾਹ ਹੁਣ ਤੁਸੀਂ ਦੱਸੋ ਵੀ ਕੀ ਕਰੀਏ, ਤੁਸੀਂ ਕਿਰਪਾ ਕਰੋ ਵੀ ਅਸੀਂ ਕਰੀਏ ਕੀ। ਤੇ ਗੁਰੂ ਨੇ ਜਵਾਬ ਦਿੱਤਾ, ਕਹਿੰਦੇ ਪੁੱਤਰ ਕਰਨ ਵਾਲਾ ਕੰਮ ਇੱਕ ਹੈ, ਉਹ ਹੈ ਸੱਦਣਹਾਰਾ ਸਿਮਰੀਏ। ਆਹ ਕਾਰਜ ਹੈ ਜਿਹੜਾ ਅਸੀਂ ਕਰਨਾ। ਸੱਦਣਹਾਰੇ ਨੂੰ ਸਿਮਰਨਾ ਹੈ। ਕਿਉਂ ਸਿਮਰਨਾ? ਕਿਉਂਕਿ ਨਾਨਕ ਸੇ ਦੇਹ ਅਵਨ। ਇੱਥੇ ਦੇਹ ਦਾ ਅਰਥ ਦੇਹ ਨਹੀਂ, ਦਿਹਾੜਾ ਹੈ। ਪੁੱਤਰ ਉਹ ਦਿਹਾੜਾ ਜਿਹੜਾ ਅੱਜ ਕਿਸੇ ਦੇ ਜੀਵਨ 'ਚ ਆਇਆ, ਉਹ ਦਿਹਾੜਾ ਤੇਰੇ ਜੀਵਨ 'ਚ ਵੀ ਆਉਣ ਵਾਲਾ। ਕਿਤੇ ਭੁਲੇਖੇ 'ਚ ਨਾ ਰਹੀ ਵੀ ਮੈਨੂੰ ਮੌਤ ਨਹੀਂ ਆਉਣੀ। ਅਸੀਂ ਕਈ ਵਾਰ ਭੁਲੇਖੇ 'ਚ ਰਹਿੰਦੇ ਹਾਂ ਜੀ ਮੈਨੂੰ ਨਹੀਂ ਕੁਝ ਹੋਣਾ, ਪਰ ਮੇਰੇ ਸਤਿਗੁਰੂ ਨੇ ਤਾਂ ਮੋਹਰ ਲਾ ਕੇ ਕਿਹਾ ਸੀ, ਪੁੱਤਰ ਜੇ ਤੂੰ ਕਹਿੰਦਾ ਨਾ ਵੀ ਮੈਨੂੰ ਮੌਤ ਨਹੀਂ ਆਉਣੀ, ਤੇ ਕਾਲ ਨੂੰ ਮੰਜੇ ਨਾਲ ਬੰਨ੍ਹ ਕੇ ਬੈਠਾ ਰਾਵਣ ਵੀ ਸੋਚਦਾ ਸੀ ਮੌਤ ਨਹੀਂ ਆਉਣੀ। ਜਦੋਂ ਬਾਣੀ ਪੜ੍ਹੀਏ ਤੇ ਬਾਣੀ ਕਹਿੰਦੀ ਹੈ 1 ਲੱਖ ਪੂਤ 1.25 ਲੱਖ ਨਾਤੀ ਤੈ ਰਾਵਣ ਘਰ ਦੀਆ ਨਾ ਬਤ। ਜੇ ਸ਼ਲੋਕ ਪੜ੍ਹੇ ਗੁਰੂ ਤੇਗ ਬਹਾਦਰ ਜੀ ਦੇ, ਉਹਨਾਂ ਨੇ ਕਿਹਾ ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਭੁਲੇਖੇ 'ਚ ਨਾ ਰਹੀ ਵੀ ਸਾਨੂੰ ਮੌਤ ਨਹੀਂ ਆਉਣੀ। ਗੁਰੂ ਨੇ ਸੋਹਲੇ ਦੀ ਬਾਣੀ ਵਿੱਚ ਫਿਰ ਇਹ ਵੀ ਗੱਲ ਸਮਝਾਈ ਵੀ ਪੁੱਤਰ ਪਰਮਾਤਮਾ ਤੋਂ ਨਾ ਟੁੱਟੀ, ਉਹਦੇ ਨਾਲ ਜੁੜੀ। ਤੈਨੂੰ ਮੈਂ ਉਹਦੇ ਨਾਲ ਜੁੜ ਕੇ ਨਾ ਲਾਹਾ ਖੱਟਣ ਲਈ ਇਹ ਜੀਵਨ ਦੀ ਦਾਤ ਤੈਨੂੰ ਰੱਬ ਦੇ ਘਰੋਂ ਮਿਲੀ ਹੈ। ਲਾਹਾ ਤਾਂ ਖੱਟ ਕੇ ਜਾਈਏ ਨਾ। ਮੈਂ ਇੱਕ ਬਜ਼ੁਰਗ ਕੋਲ ਬੈਠਾ ਸੀ ਤੇ ਬਜ਼ੁਰਗ ਕੋਲ ਬੈਠੇ ਆ, ਜਿਵੇਂ ਆਮ ਤੁਸੀਂ ਸਵਾਲ ਕਰ ਦਿੰਦੇ ਹੋ ਮੈਂ ਵੀ ਸਵਾਲ ਕਰ ਬੈਠਾ। ਮੈਂ ਕਿਹਾ ਜੀ ਜ਼ਿੰਦਗੀ 'ਚ ਕੀ ਖੱਟਿਆ? ਹੁਣ ਜਿਹੜਾ ਬਜ਼ੁਰਗ ਸੀ ਉਹ ਸੰਸਾਰ ਵਾਲੇ ਪਾਸੇ ਜੁੜਿਆ। ਉਹ ਕਹਿੰਦਾ ਜੀ ਗਿਆਨੀ ਜੀ ਕੀ ਦੱਸਾਂ, ਮੈਂ ਖੱਟਿਆ ਬੜਾ ਕੁਝ। ਮੈਂ ਵੀ ਚੌ ਚੜ ਗਿਆ ਵੀ ਬੜਾ ਕੁਝ ਖੱਟਿਆ, ਵੀ ਚਲੋ ਪੁੱਛਦੇ ਆ ਵੀ ਕੀ ਕੁਝ ਖੱਟਿਆ। ਕਹਿਣ ਲੱਗਿਆ ਜੀ ਬਸ ਬਚਪਨ ਤੋਂ ਹੀ ਲੱਗੇ ਆ ਖੱਟਣ। ਪਹਿਲਾਂ ਵੇਖੋ ਮੈਂ ਆਪ ਮਿਹਨਤ ਕਰਕੇ ਬਚਪਨ 'ਚ ਨਾਲੇ ਕੰਮ ਕਰਨਾ ਨਾਲੇ ਪੜ੍ਹਨਾ, ਪਹਿਲਾਂ ਪੜ੍ਹਾਈ ਕੀਤੀ, ਫਿਰ ਮੈਂ ਨੌਕਰੀ ਲੱਗਿਆ ਤੇ ਫਿਰ ਮੈਂ ਆਪਣਾ ਘਰ-ਬਾਰ ਬਣਾਇਆ, ਕੱਚਿਆਂ ਤੋਂ ਪੱਕੇ ਬਣਾਏ। ਫਿਰ ਵਿਆਹ ਹੋਇਆ, ਔਲਾਦ ਨੂੰ ਪੜ੍ਹਾਇਆ ਲਿਖਾਇਆ, ਵੱਡਾ ਕੀਤਾ, ਵਿਵਾਹ ਕੀਤੇ ਤੇ ਹੋਰ ਕੀਲੇ ਵੀ ਬਣਾ ਲਏ। ਮੈਂ ਸਾਰਾ ਕੁਝ ਇੰਨਾ ਕੁਝ ਖੱਟਿਆ। ਮੈਂ ਕਿਹਾ ਜੀ ਮੈਂ ਤਾਂ ਇਹ ਖੱਟ ਦੀ ਗੱਲ ਹੀ ਨਹੀਂ ਕੀਤੀ। ਇਹ ਜਿੰਨਾ ਕੁਝ ਤੁਸੀਂ ਖੱਟਿਆ ਇਹ ਤਾਂ ਇੱਥੇ ਹੀ ਰਹਿ ਜਾਣਾ। ਜਿਹੜੀ ਖੱਟਣ ਦੀ ਗੱਲ ਮੈਂ ਕਰ ਰਿਹਾ ਉਹ ਹੈ ਤੁਸੀਂ ਕਿੰਨਾ ਕੁ ਨਾਮ ਕਮਾਈ ਨੂੰ ਖੱਟਿਆ। ਉਹ ਕਹਿਣ ਲੱਗੇ ਜੀ ਇਹ ਤਾਂ ਹਲੇ ਕੰਮ ਕਰਨ ਵਾਲੇ। ਧਿਆਨ ਕਰਿਓ, ਅਸੀਂ ਵੀ ਐਵੇਂ ਕਹਿੰਦੇ ਬਈ ਜੀ ਹਲੇ ਤਾਂ ਕਮਾਉਣ ਦੇ ਦਿਨ ਹੈ, ਜਿੱਦਣ ਮੰਜੇ ਤੇ ਬੈਠਾਂਗੇ ਵਾਹਿਗੁਰੂ ਕਹਿ ਲਵਾਂਗੇ। ਤੇ ਜਦੋਂ ਬਾਣੀ ਪੜ੍ਹੋ ਨਾ ਤੇ ਬਾਣੀ ਕਹਿੰਦੀ ਵੀ ਸੱਜਣਾ ਭੁਲੇਖਾ ਕੱਢ ਦਈ, ਜੇ ਬਚਪਨ 'ਚ ਨਹੀਂ ਜਪਿਆ, ਜਵਾਨੀ 'ਚ ਨਹੀਂ ਜਪਿਆ ਤੇ ਬੁਢੇਪੇ 'ਚ ਵੀ ਨਹੀਂ ਜਪ ਹੋਣਾ। ਇਹ ਭੁਲੇਖਾ ਆਪਣੇ ਜੀਵਨ 'ਚੋਂ ਕੱਢ ਦਈਏ, ਕਿਉਂਕਿ ਤੂੰ ਕਹਿੰਦਾ ਵੀ ਬੁਢੇਪੇ 'ਚ ਜਪਾਂਗੇ ਤੇ ਬਾਣੀ ਕਹਿੰਦੀ ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪੁਰਾਣੀ। ਹਾਏ ਤਾਂ ਨਿਕਲੇਗੀ, ਵਾਹਿਗੁਰੂ ਕਹਿਣਾ ਬੜਾ ਔਖਾ ਹੈ ਜੀ। ਸਾਧ ਸੰਗਤ ਮੇਰੇ ਸਤਿਗੁਰੂ ਕਹਿੰਦੇ ਸੱਦਣਹਾਰਾ ਸਿਮਰੀਏ ਨਾਨਕ ਸੇ ਦੇ ਅਵਨ। ਗੁਰੂ ਅਰਜਨ ਦੇਵ ਜੀ ਸੋਹਲੇ ਦੀ ਬਾਣੀ 'ਚ ਕਹਿੰਦੇ ਨੇ ਪੁੱਤਰ ਖੱਟ ਤਾਂ ਲੈ ਕੁਝ, ਕਿਤੇ ਖੱਟਣ ਨੂੰ ਅੱਗੇ ਨਾ ਪਾਈ ਜਾਈ। ਕਰੋ ਬੇਨੰਤੀ ਸੁਣੋ ਮੇਰੇ ਮੀਤਾ,
ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹ। ਕਿਹੜਾ ਲਾਹਾ ਹੋਵੇ ਜੀ? ਹਰ ਲਾਹਾ। ਹਰ ਲਾਹੇ ਦਾ ਅਰਥ ਹੁੰਦਾ ਨਾਮ ਦੇ ਖਜ਼ਾਨੇ ਦਾ ਲਾਹਾ ਤੇਰੇ ਕੋਲ ਹੋਵੇ। ਜੇ ਤੂੰ ਖੱਟਣੇ ਆਹ ਚੀਜ਼ ਖੱਟ ਕੇ ਜਾਈ। ਗੁਰੂ ਨੂੰ ਪੁੱਛੀਏ ਸੱਚੇ ਪਾਤਸ਼ਾਹ, ਜੇ ਖੱਟ ਕੇ ਗਿਆ ਤੇ ਕੀ ਮਿਲੇਗਾ ਅੱਗੇ? ਸਤਿਗੁਰੂ ਕਹਿੰਦੇ ਆਗੇ ਬਸਨ ਸੋਹਿਲਾ। ਤੇ ਅਸੀਂ ਕਹਿ ਦਈਏ ਨਹੀਂ ਜੀ ਹਲੇ ਸਮਾਂ ਪਿਆ, ਤੇ ਗੁਰੂ ਕਹਿੰਦੇ ਨੇ ਨਹੀਂ ਪੁੱਤਰ, ਰੋਜ਼ ਸਮਝਾਉਂਦੇ ਨੇ, ਕਹਿੰਦੇ ਔਦ ਘਟੈ ਦਿਨ ਸਰੈਣਾ। ਸਾਰੇ ਜਿੰਨਿਆਂ ਨੂੰ ਆਉਂਦੇ ਨੇ ਪੜ੍ਹੀਏ ਨਾਲ, ਔਦ ਘਟੈ ਦਿਨ ਸਰੈਣਾ। ਔਦ ਦਾ ਅਰਥ ਹੁੰਦਾ ਉਮਰ। ਉਮਰ ਤਾਂ ਤੇਰੀ ਦਿਨ ਰਾਤ ਘਟ ਰਹੀ, ਤੂੰ ਆਪਣੇ ਆਪ ਨੂੰ ਪਾਉਂਦਾ ਅੱਗੇ ਜਾ ਰਿਹਾ ਹੈ। ਔਦ ਘਟੈ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਮਨ ਗੁਰੂ ਨਾਲ ਜੁੜ। ਜਿਹੜੇ ਕਾਰਜ ਲਈ ਆਏ ਉਹ ਕਾਰਜ ਤਾਂ ਸਵਾਰ ਲੈ। ਤੇ ਕਾਰਜ ਦੀ ਗੱਲ ਵੀ ਗੁਰੂ ਅਰਜਨ ਦੇਵ ਜੀ ਰੋਜ਼ ਕਰਦੇ ਨੇ ਵੀ ਕਾਰਜ ਕਿਹੜਾ ਹੈ। ਜਦੋਂ ਸਤਿਗੁਰੂ ਕਹਿੰਦੇ ਨੇ ਭਾਈ ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ। ਕਿਤੇ ਭੁਲੇਖੇ ਚ ਨਾ ਰਹੀ। ਅਸੀਂ ਆਪਣੇ ਜੀਵਨ ਨੂੰ ਜਿਹੜਾ ਮਿਲਿਆ ਹੋਇਆ ਗੁਰੂ ਦੀ ਅਸੀਸ ਦੇ ਪਾਤਰ ਬਣਾ ਕੇ ਜੀਵਨ ਨੂੰ ਸਫਲ ਕਰਨ ਵੱਲ ਤੋਰਨਾ। ਸਾਧ ਸੰਗਤ ਜੇ ਗੁਰੂ ਦੀ ਅਸੀਸ ਮਿਲ ਜਾਏ, ਗੁਰੂ ਦੀ ਰਹਿਮਤ ਹੋ ਜਾਏ, ਤੇ ਸਾਧ ਸੰਗਤ ਫਿਰ ਜੀਵਨ ਦਾ ਲੋਕ ਤੇ ਪਰਲੋਕ ਸਵਰ ਜਾਂਦਾ। ਜਦੋਂ ਅਸੀਂ ਇਤਿਹਾਸ ਨੂੰ ਸਾਹਮਣੇ ਰੱਖ ਕੇ ਵੇਖਦੇ ਹਾਂ, ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਹੈ। ਇੱਥੇ ਜਿਹੜੇ ਮਾਝੇ ਤੇ ਦੁਆਬੇ ਤੋਂ ਸੰਗਤ ਆਉਂਦੀ ਹੈ ਨਾ ਜੀ, ਉਸ ਨੂੰ ਰਾਹ ਵਿੱਚ ਸਤਲੁਜ ਦਰਿਆ ਪੈਂਦਾ। ਉੱਥੇ ਕਈ ਮਲਾਹ ਨੇ, ਜਿਹੜੇ ਮਲਾਹ ਸੰਗਤਾਂ ਨੂੰ ਉਸ ਕਿਨਾਰੇ ਤੋਂ ਇਸ ਕਿਨਾਰੇ ਤੱਕ ਲੈ ਕੇ ਆਉਂਦੇ, ਲਿਜਾਣ ਦਾ ਛੱਡਣ ਦਾ ਕੰਮ ਕਰਦੇ। ਤੇ ਉਹਨਾਂ ਵਿੱਚ ਇੱਕ ਮਲਾਹ ਇਹੋ ਜਿਹਾ ਵੀ ਹੈ ਜਿਹੜਾ ਸੰਗਤ ਨੂੰ ਲਿਆਉਣ ਦਾ ਲਿਜਾਣ ਦਾ ਕੰਮ ਜ਼ਰੂਰ ਕਰਦਾ, ਪਰ ਉਸ ਨੂੰ ਗੁਰੂ ਪ੍ਰਤੀ ਬੜੀ ਸ਼ਰਧਾ ਹੈ, ਬੜਾ ਪਿਆਰ ਹੈ। ਉਹਦੇ ਮਨ ਵਿੱਚ ਇੱਕ ਦਿਨ ਆਵਾਜ਼ ਆਈ ਵੀ ਸਤਿਗੁਰੂ ਜੇ ਕਿਰਪਾ ਕਰਨ ਕਿਤੇ ਆਣ ਤੇ ਮੈਂ ਆਪਣੇ ਬੇੜੇ 'ਚ ਬਿਠਾ ਕੇ ਉਹਨਾਂ ਨੂੰ ਦਰਿਆ ਪਾਰ ਕਰਾਂ। ਕਹਿੰਦੇ ਰੋਜ਼ ਮਨ ਵਿੱਚ ਵਿਚਾਰ ਕਰਕੇ ਉਹਨੇ ਬੇੜਾ ਚਲਾਉਣਾ। ਇੱਕ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਦੇ ਆਉਣ ਦਾ ਪਤਾ ਚੱਲੇ। ਸਾਰਿਆਂ ਨੇ ਆਪਣੇ ਆਪਣੇ ਬੇੜੇ ਸਜਾਏ, ਪਰ ਉਹਦੇ ਕੋਲ ਇੰਨੀ ਸਮਰੱਥਾ ਨਹੀਂ ਸੀ ਵੀ ਉਹ ਵੀ ਸਜਾ ਸਕੇ। ਪਰ ਕਲਗੀਧਰ ਪਾਤਸ਼ਾਹ ਗੁਰੂ ਦੇ ਘਰ ਵਿੱਚ ਨਾ ਸਭ ਤੋਂ ਵੱਡਾ ਹੈ ਪਿਆਰ, ਸਭ ਤੋਂ ਵੱਡਾ ਹੈ ਸ਼ਰਧਾ। ਕਹਿਣ ਲੱਗੇ ਸਤਿਗੁਰੂ ਆਏ, ਸਾਰਿਆਂ ਦੇ ਬੇੜਿਆਂ ਨੂੰ ਛੱਡ ਉਸ ਮਲਾਹ ਦੇ ਬੇੜੇ ਵਿੱਚ ਸਵਾਰੋ। ਮਲਾਹ ਨੇ ਬੇੜਾ ਚਲਾਉਣਾ ਸ਼ੁਰੂ ਕੀਤਾ। ਨਾਲੇ ਉਹਦੀ ਖੁਸ਼ੀ ਦਾ ਟਿਕਾਣਾ ਨਹੀਂ ਬਈ ਸਤਿਗੁਰੂ ਮੇਰੇ ਬੇੜੇ 'ਚ ਬੈਠੇ ਨੇ। ਤੇ ਜਦੋਂ ਸਾਧ ਸੰਗਤ ਗੁਰੂ ਦੇ ਦੀਦਾਰ ਕਰ ਰਹੇ, ਉਹਨੂੰ ਐਵੇਂ ਮਹਿਸੂਸ ਹੋ ਰਿਹਾ ਹੈ ਵੀ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਗੁਰੂ ਦੇ ਦੀਦਾਰ ਹੋਏ। ਜਦੋਂ ਉਹਦੇ ਨੇਤਰਾਂ ਨੇ ਵੇਖਿਆ ਕਿ ਕਿਨਾਰਾ ਤਾਂ ਆਉਣ ਵਾਲਾ ਹੋ ਗਿਆ, ਉਹਨੇ ਕਿਨਾਰਾ ਆਉਣ ਤੋਂ ਪਹਿਲਾਂ ਬੇੜਾ ਮੋੜ ਲਿਆ। ਜਦੋਂ ਬੇੜਾ ਮੋੜਿਆ, ਕਲਗੀਧਰ ਪਾਤਸ਼ਾਹ ਨੇ ਆਪਣੀ ਮੁਬਾਰਕ ਰਸਨਾ ਤੋਂ ਕਿਹਾ ਮਲਾਹ ਜੀ ਬੇੜਾ ਕਿਉਂ ਮੋੜ ਲਿਆ? ਤੁਸੀਂ ਬੇੜਾ ਤਾਂ ਇਸ ਕਿਨਾਰੇ ਤੋਂ ਉਸ ਕਿਨਾਰੇ ਲਾਉਣ ਲਈ ਰੱਖਿਆ ਨਾ, ਕਿਨਾਰਾ ਆਉਣ ਤੋਂ ਪਹਿਲਾਂ ਹੀ ਬੇੜਾ ਮੋੜ ਲਿਆ। ਤੇ ਕਲਗੀਧਰ ਅੱਗੇ ਹੱਥ ਜੋੜ ਕਹਿੰਦਾ ਸੱਚੇ ਪਾਤਸ਼ਾਹ ਬੜੇ ਚਿਰਾਂ ਦੀਆਂ ਅਰਦਾਸਾਂ, ਅੱਜ ਬੇੜੇ 'ਚ ਬੈਠੇ ਹੋ, ਰੱਜ ਕੇ ਦੀਦਾਰ ਤਾਂ ਕਰ ਲਵਾਂ। ਜੇ ਕਿਨਾਰਾ ਆ ਗਿਆ ਤੁਸੀਂ ਬੇੜੇ 'ਚ ਉਤਰ ਜਾਣ, ਇਸ ਲਈ ਮੈਂ ਬੇੜਾ ਮੋੜ ਲਿਆ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਮਲਾਹ ਜੀ ਬੇੜਾ ਕਿਨਾਰੇ ਲਾਓ। ਗੁਰੂ ਹੁਕਮ ਮਾਨੂ ਨੇ ਬੇੜਾ ਕਿਨਾਰੇ ਲਾਇਆ। ਜਦੋਂ ਸਤਿਗੁਰੂ ਬੇੜੇ 'ਚ ਉਤਰੇ ਤੇ ਬਣਦਾ ਹੱਕ ਦੇਣ ਲੱਗੇ, ਕੁਝ ਮੋਹਰਾਂ ਕੱਢੀਆਂ ਤੇ ਸਤਿਗੁਰੂ ਮਲਾਹ ਨੂੰ ਪਕੜਾਉਣ ਲੱਗੇ। ਮਲਾਹ ਨੇ ਫਿਰ ਹੱਥ ਜੋੜੇ, ਸੱਚੇ ਪਾਤਸ਼ਾਹ ਕੀ ਕਰ ਰਹੇ? ਮਲਾਹ ਜੀ ਤੁਹਾਡਾ ਬਣਦਾ ਹੱਕ ਦੇ ਰਹੇ। ਜਿਹੜੇ ਯਾਤਰੂਆਂ ਨੂੰ ਤੁਸੀਂ ਇਸ ਕਿਨਾਰੇ ਉਸ ਕਿਨਾਰੇ ਲਾਉਂਦੇ ਹੋ, ਉਹਨਾਂ ਕੋਲੋਂ ਵੀ ਤਾਂ ਆਪਣੀ ਕਿਰਤ ਅਨੁਸਾਰ ਆਪਣਾ ਹੱਕ ਲੈਂਦੇ। ਮੈਂ ਵੀ ਯਾਤਰੂਆਂ ਤੇ ਤੁਹਾਨੂੰ ਕੁਝ ਦੇਣ ਲੱਗੇ।
ਤੇ ਸਤਿਗੁਰੂ ਅੱਗੇ ਹੱਥ ਜੋੜ ਕੇ ਉਹ ਕਹਿਣ ਲੱਗੇ ਆ ਬੜੇ ਪਿਆਰ ਨਾਲ, ਦੇਖੋ ਗੁਰੂ ਦੇ ਨਾਲ ਜੁੜਨੇ ਨਾ ਤੇ ਬੜੀ ਸ਼ਰਧਾ ਤੇ ਬੜਾ ਪਿਆਰ ਹੋ, ਉਹ ਬੜੇ ਪਿਆਰ ਨਾਲ ਕਹਿਣ ਲੱਗੇ ਆ ਸੱਚੇ ਪਾਤਸ਼ਾਹ, ਭਾਈ ਬੰਦੀ ਵਿੱਚ ਲੈਣ ਦੇਣ ਨਹੀਂ ਹੁੰਦਾ, ਭਾਈ ਬੰਦੀ ਵਿੱਚ ਲੈਣ ਦੇਣ ਨਹੀਂ ਹੁੰਦਾ। ਮੈਂ ਕਈ ਵਾਰ ਉਦਾਹਰਨ ਦਿੰਦਾ ਹੁੰਦਾ, ਜੇ ਤੁਹਾਡੀ ਕੋਈ ਬੱਸ ਦਾ ਕੰਡਕਟਰ ਬੱਸ ਵਿੱਚ ਹੀ ਚੜ ਜਾਏ ਨਾ ਤੇ ਉਹ ਦੂਜਾ ਉਹਦੇ ਕੋਲੋਂ ਕਿਰਾਇਆ ਨਹੀਂ ਲਈ, ਬਈ ਭਾਈ ਬੰਦੀ ਹੈ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿਣ ਲੱਗਿਆ ਸੱਚੇ ਪਾਤਸ਼ਾਹ, ਭਾਈ ਬੰਦੀ 'ਚ ਕੋਈ ਲੈਣ ਦੇਣ ਨਹੀਂ ਹੁੰਦਾ। ਕਲਗੀਧਰ ਪਿਤਾ ਜਾਣੀ ਜਾਣ ਪਿਤਾ ਕਹਿਣ ਲੱਗੇ ਮਲਾਹ ਜੀ ਭਾਈ ਬੰਦੀ ਕਿਸ ਗੱਲ? ਤੇ ਗੁਰੂ ਕਲਗੀਧਰ ਪਾਤਸ਼ਾਹ ਸਾਹਮਣੇ ਖੜੋਤਾ, ਉਹ ਮਲਾਹ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ, ਭਾਈ ਬੰਦੀ ਹੋਈ ਨਾ, ਮੈਂ ਆ ਛੋਟਾ ਜਿਹਾ ਦਰਿਆ ਪਾਰ ਕਰਾਉਣ ਵਾਲਾ ਮਲਾਹ, ਤੁਸੀਂ ਭਵ ਸਾਗਰ ਨੂੰ ਪਾਰ ਕਰਾਉਣ ਵਾਲੇ ਮਲਾਹ, ਅਸੀਂ ਦੋਨੇ ਮਲਾਹੀ ਹੋਏ। ਤੇ ਸਤਿਗੁਰੂ ਮਲਾਹ ਦੀ ਦੇਣਦਾਰੀ ਨਹੀਂ ਹੁੰਦੀ, ਭਾਈ ਬੰਦੀ ਹੁੰਦੀ ਹੈ। ਤੇ ਭਾਈ ਬੰਦੀ ਵਿੱਚ ਲੈਣ ਦੇਣ ਨਹੀਂ ਹੁੰਦਾ। ਜੇ ਕਿਰਪਾ ਦੇ ਵਿੱਚ ਆਏ ਹੋ, ਇੱਕ ਰਹਿਮਤ ਕਰਦੇ ਹੋ, ਇੱਕ ਬਖਸ਼ਿਸ਼ ਕਰਦੇ ਹੋ, ਸੱਚੇ ਪਾਤਸ਼ਾਹ ਮੈਂ ਆ ਛੋਟਾ ਜਿਹਾ ਦਰਿਆ ਪਾਰ ਕਰਾਇਆ, ਤੁਸੀਂ ਆਪਣੀ ਕਿਰਪਾ ਦੇ ਬੇੜੇ 'ਚ ਬਿਠਾ ਕੇ ਭਵ ਸਾਗਰ ਪਾਰ ਕਰਾ ਦਿੱਤਾ। ਗੁਰੂ ਕਲਗੀਧਰ ਪਾਤਸ਼ਾਹ ਨੇ ਗਲਵਕੜੀ 'ਚ ਲਿਆ, ਕਹਿਣ ਲੱਗੇ ਸੈਦਾ ਜੀ, ਜੇ ਤੁਸੀਂ ਭਵ ਸਾਗਰ ਪਾਰ ਹੋਣੇ, ਬਾਬੇ ਨਾਨਕ ਦੇ 3 ਉਪਦੇਸ਼ ਹਿਰਦੇ 'ਚ ਧਾਰਨ ਕਰ ਲਿਓ। ਕਿਰਤ ਤੁਸੀਂ ਕਰਦੇ ਹੋ, ਨਾਮ ਵੀ ਜਪਿਆ ਕਰੋ ਤੇ ਤੀਜਾ ਵੰਡ ਕੇ ਵੀ ਛਕਿਆ ਕਰੋ। ਆ 3 ਉਪਦੇਸ਼ ਕਮਾ ਲਿਓ। ਭਾਈ ਸੈਦੇ ਨੇ 3 ਉਪਦੇਸ਼ ਕਮਾਏ ਤੇ ਸਾਧ ਸੰਗਤ ਗੁਰੂ ਨੇ ਉਸ ਦੀ ਜ਼ਿੰਦਗੀ ਦਾ ਬੇੜਾ ਵੀ ਪਾਰ ਕਰ ਦਿੱਤਾ। ਅੱਜ ਸਾਨੂੰ ਲੋੜ ਹੈ, ਜਦੋਂ ਸੁਖਮਣੀ ਦੀ ਬਾਣੀ ਪੜ੍ਹਦੇ ਹਨ, ਗੁਰੂ ਕੋਲੋਂ ਦਾਤਾਂ ਮਿਲਦੀਆਂ ਨੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਟ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਜੇ ਕਿਤੇ ਬਣ ਕੇ ਤਾਂ ਵੇਖੋ, ਗੁਰੂ ਤਾਂ ਆਪਣੀ ਜਿੰਦ ਨਾਲ ਲਾ ਕੇ ਉਹ ਸਿੱਖ ਨੂੰ ਸੰਭਾਲਦਾ ਹੈ। ਗੁਰੂ ਤਾਂ ਬਾਹਾਂ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ, ਜਿਹਦੀ ਬਾਹ ਗੁਰੂ ਪਕੜ ਲਏ ਉਹਨੂੰ ਕਿਨਾਰੇ ਲਾ ਦਿੰਦਾ। ਪਰ ਗੱਲ ਕੀ ਹੈ? ਮੰਨਣ ਦੀ ਗੱਲ ਕੀ ਹੈ? ਜੁੜਨ ਦੀ। ਜਦੋਂ ਤੁਸੀਂ ਜੁੜੋਗੇ ਤੇ ਬਾਣੀ ਨੇ ਕਿਹਾ ਪੁੱਤਰ, ਇਹ ਤਨ ਦਾ ਪ੍ਰਭਾਸਾ ਕੋਈ ਨਹੀਂ, ਤਨ ਕਦੋਂ ਤਨ ਚੋਂ ਜਿੰਦ ਨੇ ਨਿਕਲ ਜਾਣੇ। ਇਹ 5 ਤੱਤਾਂ ਦਾ ਸਰੀਰ 5 ਤੱਤਾਂ ਵਿੱਚ ਹੀ ਲੀਨ ਹੋ ਜਾਣੇ। ਤੇ ਯਾਦ ਰੱਖੀ, ਉਸ ਸਮੇਂ ਤੋਂ ਪਹਿਲਾਂ ਕਰ ਕੀ ਦਮ ਦਮ ਸਦਾ ਸੰਭਾਲ, ਦਮ ਨਾ ਬਿਰਥਾ ਜਾਏ। ਇੱਕ ਇੱਕ ਦਮ ਦੀ ਸੰਭਾਲ ਕਰਨੀ ਸਿੱਖ, ਇੱਕ ਇੱਕ ਦਮ ਨੂੰ ਚੰਗੇ ਰਾਹ ਤੇ ਤੋਰੀ, ਇੱਕ ਇੱਕ ਦਮ ਨੂੰ ਪ੍ਰਮਾਤਮਾ ਦੀ ਬੰਦਗੀ ਵਿੱਚ ਜੋੜੀ। ਤੇ ਜਿਨ੍ਹਾਂ ਨੇ ਇੱਕ ਇੱਕ ਦਮ ਨੂੰ ਸੰਭਾਲ ਲਿਆ, ਉਹ ਪ੍ਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋ ਗਏ। ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਓ, ਜਿੰਨੇ ਦੁਨੀਆ ਦੇ ਗ੍ਰੰਥ ਨੇ, ਜਿੰਨੇ ਦੁਨੀਆ ਦੇ ਧਰਮ ਨੇ, ਉਹ ਸਾਰੇ ਮੌਤ ਤੋਂ ਬਾਅਦ ਦੀ ਮੁਕਤੀ ਦੀ ਗੱਲ ਕਰਦੇ। ਮੌਤ ਤੋਂ ਬਾਅਦ ਮੁਕਤੀ ਕਿਵੇਂ ਹੋਣਾ, ਗਤ ਕਿਵੇਂ ਹੋਣੀ ਹੈ, ਇਹ ਸਾਰਿਆਂ ਦੇ ਵਿੱਚ ਇਹ ਮੰਨਿਆ ਜਾਂਦਾ। ਪਰ ਇੱਕ ਗੁਰੂ ਗ੍ਰੰਥ ਸਾਹਿਬ ਹੈ ਜਿਹਨੇ ਜੀਵਨ ਮੁਕਤ ਦੀ ਗੱਲ ਕੀਤੀ ਹੈ, ਵੀ ਭਾਈ ਜੀਵਨ ਮੁਕਤ ਕਿਵੇਂ ਹੋਣਾ, ਮੌਤ ਤੋਂ ਬਾਅਦ ਕਿਹਨੇ ਵੇਖਿਆ ਮੁਕਤੀ। ਕਈ ਵਾਰ ਨਾ ਆ ਸਾਡੇ ਇਲਾਕੇ ਵਿੱਚ, ਭਾਵੇਂ ਮੈਂ ਥੋੜੀ ਜੀ ਦੂਰ ਆ ਗਿਆ ਪਰ ਹੈ ਤਾਂ ਆਪਣੀ ਇਲਾਕਾ ਹੈ, ਆਪਣੇ ਇਲਾਕੇ 'ਚ ਨਾ ਦੁਬਿਧਾ ਬੜੀ। ਦੁਬਿਧਾ ਕੀ ਹੈ? ਵੀ ਕਿਸੇ ਦੀ ਮੌਤ ਹੋਈ, ਅਸੀਂ ਸਹਿਜ ਪਾਠ ਅਖੰਡ ਪਾਠ ਸ਼ੁਰੂ ਕਰਵਾਏ। ਸਹਿਜ ਪਾਠ ਤੋਂ 30 ਦਿਨ ਕੀ ਕਰਦੇ ਆ ਜੀ ਆਪਾਂ? ਉਹ ਕਹਿੰਦੇ ਆ ਜੀ ਬਈ ਹੁਣ ਇੱਧਰ ਭੇਵੇ ਵੀ ਜਾ ਕੇ ਆਉਣ, ਧਿਆਨ ਕਰਿਓ ਸ਼ਾਇਦ ਇੱਥੇ ਨਾ ਹੋਵੇ ਤੇ ਕਈ ਪਿੰਡਾਂ 'ਚ ਹੈ। ਮੈਂ ਕਿਹਾ ਜੀ ਉੱਥੇ ਕੀ ਕਰਨਾ? ਕਹਿੰਦੇ ਜੀ ਗੱਤ ਕਰਾਉਣ ਜਾਣਾ। ਤੇ ਮੈਂ ਉਹਨਾਂ ਤੋਂ ਪੁੱਛ ਬੈਠਦਾ ਵੀ ਗੱਤ ਕਿਵੇਂ ਹੁੰਦੀ? ਉਹ ਕਹਿੰਦੇ ਜੀ ਅਸੀਂ ਪੰਡਤ ਜੀ ਕੋਲ ਜਾਣਾ, ਉੱਥੇ ਉਹਨਾਂ ਨੇ ਧਨ ਲੈ ਕੇ ਗੱਤ ਕਰਨੀ। ਭਾਈ ਕੋਈ 500 ਦੀ ਵੀ ਕਰਾਉਂਦਾ, ਕੋਈ 1000 ਦੀ ਵੀ ਕਰਾਉਂਦਾ, ਕੋਈ 10,000 ਦੀ ਵੀ ਕਰਾਉਂਦਾ, ਜਿੰਨੀ ਕਿਸੇ ਦੀ ਸਮਰੱਥ ਹੈ। ਪਰ ਮੇਰੇ ਗੁਰੂ ਨਾਨਕ ਦੇ ਘਰ ਵਿੱਚ ਨਾ ਗੱਤ ਹੁੰਦੀ ਹੈ ਫਰੀ। ਧਿਆਨ ਕਰਿਓ, ਕੋਈ ਧਨ ਨਹੀਂ ਲੱਗਦਾ। ਕਿਵੇਂ ਹੁੰਦੀ ਹੈ ਜੀ? ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ, ਮੈਂ ਵੀ ਕਰਾਉਣੀ ਹੈ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਪੁੱਤਰ ਕੰਮ ਹੀ ਸੌਖਾ ਹੈ,
ਕੰਮ ਕੀ ਹੈ? ਗਤ ਹੋਏ ਪ੍ਰਭ ਕੇ ਨਾਮ। ਜੇ ਗਤ ਹੋਣੀ ਹੈ ਨਾ ਤੇ ਪ੍ਰਭੂ ਦੇ ਨਾਮ ਨਾਲ ਹੀ ਹੋ ਜਾਣੀ ਹੈ। ਤੇ ਪ੍ਰਭੂ ਦੇ ਨਾਮ ਲਈ ਕੋਈ ਮੁੱਲ ਤਾਰਨ ਦੀ ਲੋੜ ਨਹੀਂ, ਆਪਣਾ ਸਵਾਸ ਜੋੜਨ ਦੀ ਲੋੜ ਹੈ। ਤੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਕਿ ਜਿਹੜੇ ਜੀਵਨ ਮੁਕਤ ਹੋ ਗਏ ਉਹ ਕਿਵੇਂ ਰੱਬ ਨਾਲ ਮਿਲਦੇ ਨੇ। ਮੈਂ ਆਖਰੀ ਪੰਕਤੀ ਕਹਿ ਕੇ ਸਮਾਪਤੀ ਵੱਲ ਤੁਰਾਂ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੜ੍ਹਿਓ। ਭਗਤ ਨਾਮਦੇਵ ਜੀ ਦਾ ਸ਼ਬਦ ਹੈ। ਸ਼ਬਦ ਵਿੱਚ ਬੜਾ ਪਿਆਰ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਾਉਂਦੇ ਹੋ, ਨਾਮਦੇਵ ਜੀ ਦੀਆਂ ਰੱਬ ਨਾਲ ਗੱਲਾਂ ਹੁੰਦੀਆਂ ਗੁਰੂ ਗ੍ਰੰਥ ਸਾਹਿਬ ਨੇ ਵਿਖਾ ਦਿੱਤੀ। ਕਦੇ ਗੁਰੂ ਦੀ ਬਾਣੀ ਨੂੰ ਜੁੜ ਕੇ ਪੜ੍ਹਿਓ ਤੇ ਸਤਿਗੁਰੂ ਦੀ ਬਾਣੀ 'ਚ ਭਗਤ ਨਾਮਦੇਵ ਜੀ ਕਹਿੰਦੇ ਨੇ, ਕਹਿੰਦੇ ਰੱਬਾ ਮੇਰੀ ਹਾਲਤ ਉਸ ਹਲਟ ਦੀ ਤਰ੍ਹਾਂ ਸੀ ਜਿਹਦੇ ਵਿੱਚ ਟਿੰਡਾਂ ਜਾਂਦੀਆਂ ਨੇ, ਖੂਹ ਵਿੱਚ ਪਾਣੀ ਵਿੱਚੋਂ ਭਰ ਕੇ ਆਉਂਦੀਆਂ ਨੇ ਤੇ ਜਾਂਦੀਆਂ ਫਿਰ ਖਾਲੀ ਨੇ। ਮੈਂ ਵੀ ਐਵੇਂ ਪਤਾ ਨਹੀਂ ਕਿੰਨੀ ਕੁ ਵਾਰ ਦੁਨੀਆ 'ਚ ਆਇਆ ਭਰਿਆ ਤੇ ਜਦੋਂ ਗਿਆ ਖਾਲੀ, ਭਰਿਆ ਆਇਆ ਗਿਆ ਖਾਲੀ। ਪਰ ਹੁਣ ਜਦੋਂ ਮੈਂ ਇਸ ਵਾਰ ਜ਼ਿੰਦਗੀ 'ਚ ਆਇਆ ਤੇਰੇ ਨਾਮ ਨਾਲ ਜੁੜਿਆ, ਸੱਚੇ ਪਾਤਸ਼ਾਹ 'ਚ ਕਿਰਪਾ ਹੋ ਗਈ, ਤੇਰੇ ਦਰ ਤੇ ਆ ਗਏ। ਭਿੰਦੀ ਉਬਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ। ਦੁਆਰਾ ਕਹਿੰਦੇ ਨੇ ਦਰਵਾਜ਼ੇ ਨੂੰ। ਤੇਰੇ ਦਰ ਤੇ ਆ ਗਿਆ, ਤੇਰੇ ਦਰ ਦੇ ਉੱਤੇ ਆ ਕੇ ਦਰਵਾਜ਼ਾ ਖਟਖਟਾਇਆ। ਤੇ ਜਦੋਂ ਦਰਵਾਜ਼ਾ ਖਟਕਦਾ, ਤੁਸੀਂ ਸਾਰੇ ਸਿਆਣੇ ਹੋ, ਘਰਾਂ ਵਾਲੇ ਹੋ, ਦਰਵਾਜ਼ਾ ਖਟਕਦਾ ਜਾਂ ਬੈਲ ਵੱਜਦੀ ਹੈ, ਤੁਸੀਂ ਪੁੱਛਦੇ ਹੋ ਭਾਈ ਕੌਣ ਹੈ? ਤੇ ਕਹਿੰਦੇ ਅੰਦਰੋਂ ਰੱਬ ਬੋਲਿਆ। ਜਦੋਂ ਰੱਬ ਦੇ ਦਰ ਦਾ ਦਰਵਾਜ਼ਾ ਖਟਕਾਇਆ ਘਰ ਦਾ ਤੇ ਅੰਦਰੋਂ ਰੱਬ ਬੋਲਿਆ, ਤੇ ਭਿੰਦੀ ਉਬਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ। ਜਦੋਂ ਦਰਵਾਜ਼ਾ ਖਟਕਿਆ ਤੇ ਅੰਦਰੋਂ ਕੀ ਆਵਾਜ਼ ਆਈ? ਤੂੰ ਕੌਣ ਰੇ ਭਾਈ, ਤੂੰ ਕੌਣ ਆਇਆ? ਤੇ ਸਾਧ ਸੰਗਤ ਜੇ ਤਾਂ ਹੋਵੇ ਆਪਣਾ, ਆਪਾਂ ਸਾਰੇ ਬੈਠੇ ਹਾਂ, ਜੇ ਅਸੀਂ ਆਪਣੇ ਘਰ ਦਾ ਦਰਵਾਜ਼ਾ ਖਟਖਟਾਈਏ ਤੇ ਅੰਦਰੋਂ ਆਵਾਜ਼ ਤਾਂ ਆਉਂਦੀ, ਕੌਣ ਹੈ? ਤੇ ਅਸੀਂ ਕਹਿੰਦੇ ਆ ਮੈਂ ਆ। ਅਸੀਂ ਆਵਾਜ਼ ਦਿੰਦੇ ਆ, ਕੀ ਕਹਿੰਦੇ ਜੀ? ਮੈਂ ਆ। ਬਸ ਇੰਨੀ ਕਿਤੇ ਸਮਝ ਲੈਂਦਾ ਬੰਦਾ ਵੀ ਤੇਰਾ ਪਿਤਾ ਆਇਆ, ਤੇਰਾ ਫੁੱਫੜ ਆਇਆ, ਤੇਰੀ ਮਾਂ ਆਈ ਹੈ, ਆਪਾਂ ਸਮਝ ਲੈਂਦੇ ਆ ਨਾ। ਐਵੇਂ ਰੱਬ ਵੀ ਜਾਣਦਾ ਸੀ ਨਾਮਦੇਵ। ਜਦੋਂ ਰੱਬ ਨੇ ਅੰਦਰੋਂ ਆਵਾਜ਼ ਦਿੱਤੀ ਤੂੰ ਕੌਣ ਰੇ, ਤੇ ਇਧਰੋਂ ਬੈਠਾ ਨਾਮਦੇਵ ਬੂਹੇ ਤੇ ਬਾਹਰ ਖੜੋਤਾ ਕਹਿਣ ਲੱਗਿਆ ਮੈਂ ਜੀ, ਮੈਂ ਆ ਜੀ। ਅੱਗੇ ਫਿਰ ਡੰਡੀਆਂ ਨੇ ਦੋ। ਜਦੋਂ ਤੁਸੀਂ ਬਾਣੀ ਪੜੋ ਨਾ ਉੱਥੇ ਵਿਸ਼ਰਾਮ ਹੈ, ਕਹਿੰਦੇ ਜੀ ਮੈਂ ਜੀ। ਤੇ ਅੰਦਰੋਂ ਰੱਬ ਬੋਲਿਆ ਨਾਮਾ, ਕਹਿਣ ਲੱਗੇ ਨਾਮਦੇਵ ਆਏ ਹੋ ਜੀ। ਤੇ ਰੱਬ ਨੂੰ ਖੁਸ਼ੀ ਚੜ ਗਈ, ਉਹਨੇ ਆ ਕੇ ਬੂਆ ਖੋਲਿਆ। ਹੋ ਜੀ ਦਾ ਅਰਥ ਹੁੰਦਾ ਜੀ ਆਇਆਂ ਨੂੰ। ਨਾਮਦੇਵ ਤੂੰ ਆਏ ਜੀ ਆਇਆਂ ਨੂੰ। ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਨਾ, ਆਇਆ ਕਿਉਂ ਹੈ? ਹੱਥ ਜੋੜ ਕੇ ਨਾਮਦੇਵ ਕਹਿੰਦਾ ਰੱਬਾ ਭਟਕਦੇ ਸਾਨੂੰ ਬੜਾ ਚਿਰ ਹੋ ਗਿਆ, ਕਿਰਪਾ ਕਰ ਮੌਤ ਦੇ ਡਰ ਨੂੰ ਕੱਢ ਕੇ ਆਪਣੇ ਨਾਲ ਮਿਲਾ। ਇਹਨੂੰ ਕਹਿੰਦੇ ਨੇ ਮਿਲਾਪ। ਇਹਨੂੰ ਕਹਿੰਦੇ ਨੇ ਗੁਰ ਕਿਰਪਾ ਜਿਹ ਨਰਕੋ ਕੀਨੀ ਤੈਂ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਹਨੂੰ ਕਹਿੰਦੇ ਨੇ ਜਲ ਦੇ ਅੰਦਰ ਜਲ ਮਿਲ ਜਾਏ ਕੋਈ ਭੇਦ ਨਹੀਂ ਰਹਿੰਦਾ। ਉਸੇ ਤਰ੍ਹਾਂ ਜਿਵੇਂ ਸੂਰਜ ਤੋਂ ਨਿਕਲੀ ਕਿਰਨ ਸੂਰਜ ਹੋ ਜਾਂਦੀ ਹੈ, ਬਾਣੀ ਕਹਿੰਦੀ ਪੁੱਤਰ ਉਸੇ ਤਰ੍ਹਾਂ ਜਿਹੜਾ ਜੁੜ ਗਿਆ ਜੀ, ਜਿਹੜਾ ਪੂਰਨ ਹੋ ਗਿਆ, ਉਹਦੀ ਆਤਮਾ ਰੂਪੀ ਜੋਤੀ ਪਰਮਾਤਮਾ ਰੂਪੀ ਜੋਤ ਵਿੱਚ ਲੀਨ ਹੋ ਜਾਂਦੀ। ਇਹ ਹਰ ਇੱਕ ਲਈ ਸ਼ਬਦ ਨਹੀਂ ਹੈ। ਕਈ ਵਾਰ ਆਪਾਂ ਪੜ੍ਹ ਦਿੰਦੇ ਹਾਂ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਹੜਾ ਪੂਰਾ ਹੋ ਗਿਆ ਜੀ ਉਹ ਪੂਰੇ ਵਿੱਚ ਜਾ ਮਿਲਿਆ। ਤੇ ਪੂਰਾ ਕਿਵੇਂ ਹੋਣਾ ਜੀ? ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ। ਜਦੋਂ ਪੂਰੇ ਗੁਰੂ ਦਾ ਉਪਦੇਸ਼ ਸੁਣਾਂਗੇ ਨਾ ਤੇ ਪੂਰੇ ਵਿੱਚ ਲੀਨ ਹੋ ਜਾਵਾਂਗੇ। ਆ ਮਿਲਿਆ ਹੋਇਆ ਸਮਾਂ ਬੜਾ ਕੀਮਤੀ ਹੈ ਔਰ ਇਸ ਦੀ ਕੀਮਤ ਨੂੰ ਜਾਣੀਏ। ਆਪਣੇ ਜੀਵਨ ਵਿੱਚ ਉਹ ਚੀਜ਼ ਖੱਟ ਕੇ ਜਾਈਏ ਜਿਸ ਮਨੋਰਥ ਲਈ ਸੰਸਾਰ ਵਿੱਚ ਇਹ ਸੋਹਣਾ ਜੀਵਨ ਮਿਲਿਆ, ਸੰਭਾਲੀਏ। ਤੇ ਬਾਬਾ ਫਰੀਦ ਦੇ ਇਹਨਾਂ ਬਚਨਾਂ ਨੂੰ ਚੇਤੇ ਰੱਖੀਏ। ਫਰੀਦਾ ਜਿਨੀ ਕਮੀ ਨਾਹੇ ਗੁਣ, ਸੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ। ਗੁਰੂ ਕਿਰਪਾ ਕਰੇ ਜੀ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਕੋਟਨ ਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਮੁਬਾਰਕ ਗੋਦ ਵਿੱਚ ਬੈਠ ਵਿਚਾਰਾਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਧੰਨਵਾਦ ਹੈ ਸਮੂਹ ਸੰਗਤਾਂ ਦਾ
ਜਿਨ੍ਹਾਂ ਨੇ ਬੜੀ ਇਕਾਗਰਤਾ ਦੇ ਨਾਲ ਵਿਚਾਰਾਂ ਨੂੰ ਸਰਵਣ ਕੀਤਾ।